ਕੀ ਤੁਸੀਂ ਕਦੇ ਕੋਈ ਸੁਪਨਾ ਵੇਖਿਆ ਅਤੇ ਮਹਿਸੂਸ ਕੀਤਾ ਹੈ ਕਿ ਇਸ ਦਾ ਕੁਝ ਮਤਲਬ ਸੀ? ਕੀ ਤੁਸੀਂ ਕਦੇ ਸੋਚਿਆ ਕਿ ਇਹ ਸੰਸਾਰ ਕਿੱਥੇ ਜਾ ਰਿਹਾ ਹੈ? ਕੀ ਤੁਹਾਡੇ ਕੋਲ ਬਾਈਬਲ ਦੀ ਭਵਿੱਖਬਾਣੀ ਬਾਰੇ ਕੋਈ ਪ੍ਰਸ਼ਨ ਹਨ? ਕੀ ਤੁਸੀਂ ਕਦੇ ਸੋਚਿਆ ਕਿ ਜੇ ਰੱਬ ਅਸਲ ਵਿੱਚ ਹੈ? ਮੇਰਾ ਨਾਮ ਕੈਮੀ ਉਟਮਨ ਹੈ ਤੇ ਮੈਂ ਜਵਾਬ ਦੇਵਾਂਗੀ ਇਹ ਪ੍ਰਸ਼ਨਾਂ ਦੇ ਤੇ ਹੁਣੇ ਔਰ ਸਿਰਫ ਬਾਈਬਲ ਅਨਲੌਕਿੰਗ ਪ੍ਰੋਫੈਸੀਜ਼ ਤੇ। ਅੰਤਰਰਾਸ਼ਟਰੀ ਪੱਧਰ ਤੇ ਮਹਾਮਾਰੀ ਦਾ ਫੈਲਣਾ, ਕੋਰੋਨਾ ਵਾਇਰਸ ਦੀ ਬ੍ਰੇਕਿੰਗ ਨਿਊਜ਼, ਗਲੋਬਲ ਰਾਜਨੀਤੀ ਤੇ ਹੇਰ-ਫੇਰ, ਕੁਪ੍ਰਬੰਧ ਤੇ ਭ੍ਰਿਸ਼ਟਾਚਾਰ, ਕੁਦਰਤੀ ਆਫਤਾਵਾਂ ਦਾ ਤੇਜ਼ੀ ਨਾਲ ਫੈਲਣਾ, ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ, ਦੁਨੀਆ ਭਰ ਵਿੱਚ ਇਹਨਾਂ ਦੀ ਚੇਤਾਵਨੀ। ਇਸ ਦਾ ਕੀ ਮਤਲਬ ਹੈ? ਇਸ ਦਾ ਕੀ ਭਵਿੱਖ ਹੈ? ਬਾਈਬਲ ਦੀ ਭਵਿੱਖਬਾਣੀਆਂ ਨੂੰ ਪ੍ਰਕਾਸ਼ਿਤ ਕਰਨ ਦੇ ਇਸ ਸਫ਼ਰ ਵਿੱਚ ਅਨਲੌਕਿੰਗ ਬਾਈਬਲ ਪ੍ਰੋਫੈਸੀ ਹੈ। ਅੰਤਰਰਾਸ਼ਟਰੀ ਵਕਤਾ ਕੈਮੀ ਉਟਮਨ ਨਾਲ ਜੁੜੋ। ਆਪਣੇ ਸੰਸਾਰ ਭਰ ਦੀ ਯਾਤਰਾ ਦੇ ਦੌਰਾਨ ਜ਼ਿੰਦਗੀ ਦੇ ਸੱਚੇ ਸੰਘਰਸ਼ ਦਾ ਸਾਹਮਣਾ ਕੀਤਾ, ਪਰ ਇਹਨਾਂ ਦੇ ਵਿਚਕਾਰ ਉਮੀਦਾਂ ਤੇ ਚਮਤਕਾਰ ਨੂੰ ਖੋਜਿਆ। ਜੁੜੀ ਅੰਤਰਰਾਸ਼ਟਰੀ ਵਕਤਾ ਕੈਮੀ ਉਟਮਨ ਨਾਲ ਅਨਲੌਕਿੰਗ ਬਾਈਬਲ ਪ੍ਰੋਫੈਸੀ ਤੇ, ਜਿਸ ਵਿੱਚ ਉਹ ਦੱਸਦੇ ਹਨ ਕਿਸ ਤਰ੍ਹਾਂ ਬਾਈਬਲ ਦੀ ਭਵਿੱਖਬਾਣੀਆਂ ਬੀਤੇ ਸਮੇਂ ਤੋਂ ਛੇਤੀ ਪੂਰੀਆਂ ਹੋ ਰਹੀਆਂ ਹਨ। ਸ਼ੁਭਕਾਮਨਾ ਸਭ ਨੂੰ। ਮੇਰਾ ਨਾਮ ਡਾਕਟਰ ਡੁਆਨ ਮੈਕੇ ਹੈ, ਐਡਵੈਂਟਿਸਟ ਵਰਲਡ ਰੇਡੀਓ ਦਾ ਪ੍ਰੈਜ਼ੀਡੈਂਟ। ਅਸੀਂ 50 ਸਾਲਾਂ ਤੋਂ ਲਗਭਗ 1000 ਰੇਡੀਓ ਸਟੇਸ਼ਨ ਤੇ ਸਾਰੇ ਸੰਸਾਰ ਵਿੱਚ 130 ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਸਾਰਣ ਕਰ ਰਹੇ ਹਾਂ। ਇਹ ਬਹੁਤ ਰੋਮਾਂਚਕ ਹੈ। ਜਿਵੇਂ ਆਪ ਵੇਖਦੇ ਹੋ ਕਿ ਅੱਜ ਸੰਸਾਰ ਵਿੱਚ ਕੀ ਹੋ ਰਿਹਾ ਹੈ। ਅਸਲ ਵਿੱਚ ਅਸੀਂ ਕੁਝ ਬਿਲਕੁਲ ਅਲੱਗ ਸ਼ੁਰੂ ਕਰਨ ਜਾ ਰਹੇ ਹਾਂ, ਸਿਰਫ YouTube ਤੇ, ਸਿਰਫ ਆਪ ਦੇ ਲਈ। ਕੈਮੀ ਉਟਮਨ ਸਾਡੇ ਵਾਈਸ ਪ੍ਰੈਜ਼ੀਡੈਂਟ, ਜਿਨ੍ਹਾਂ ਨੇ 350 ਸਭਾਵਾਂ ਕੀਤੀਆਂ, ਇਨ ਅੰਤ ਦੇ ਦਿਨਾਂ ਵਿੱਚ ਅਨਲੌਕਿੰਗ ਬਾਈਬਲ ਪ੍ਰੋਫੈਸੀ ਲੈ ਕੇ ਆ ਰਹੀ ਹੈ। ਇਹ ਬਹੁਤ ਜ਼ਿਆਦਾ ਚੰਬਿਤ ਕਰਨ ਵਾਲੀ ਸੀਰੀਜ਼ ਹੋਵੇਗੀ, ਜਿਨ੍ਹਾਂ ਉਹ ਬਾਈਬਲ ਦੇ ਵਿੱਚੋਂ ਭਵਿੱਖਬਾਣੀ ਦੀ ਕੁੰਜੀ ਖੋਲੇਗੀ ਤੇ ਸਾਨੂੰ ਯਿਸੂ ਮਸੀਹ ਦੀ ਆਉਣ ਦੇ ਵੱਲ ਲੈ ਕੇ ਜਾਵੇਗੀ ਤੇ ਤੁਸੀਂ ਇੱਕ ਵੀ ਮੌਕੇ ਨੂੰ ਗਵਾਓ ਨਾ। ਤੁਹਾਡਾ ਸਭ ਦਾ ਸਵਾਗਤ ਹੈ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਵਿੱਚ। ਮੇਰਾ ਨਾਮ ਕੈਮੀ ਉਟਮਨ ਹੈ। ਮੈਂ AWR ਦੀ ਵਾਈਸ ਪ੍ਰੈਜ਼ੀਡੈਂਟ ਹਾਂ ਅਤੇ ਮੇਰੇ ਕੰਮ ਦਾ ਮੁੱਖ ਹਿੱਸਾ ਹੈ ਚਮਤਕਾਰਾਂ ਦੀ ਡਾਕੂਮੈਂਟਰੀ ਬਣਾਉਣਾ। ਇਸ ਵਿੱਚ ਮੌਜੂਦ ਹਨ ਸੰਸਾਰ ਦੇ ਪਿਛੜੇ ਇਲਾਕਿਆਂ ਵਿੱਚ ਸਫ਼ਰ ਕਰਦਿਆਂ ਯਿਸੂ ਦੀ ਬਚਾਉਣ ਵਾਲੀ ਸਾਮਰਥ ਦੁਆਰਾ ਚਮਤਕਾਰਿਕ ਗਵਾਹੀਆਂ ਦੀ ਫਿਲਮ ਬਣਾਉਣਾ, ਜਿੱਦਾਂ ਉੱਤਰੀ ਕੋਰੀਆ ਦੇ DMZ ਬਾਰਡਰ ਤੇ ਜਾਂ ਫਿਲੀਪੀਨ ਵਿੱਚ ਵਿਦਰੋਹੀ ਆਤੰਕਵਾਦੀ ਸਮੂਹਾਂ ਨਾਲ ਆਮਣੇ ਸਾਹਮਣੇ ਮੁਲਾਕਾਤ, ਜਾਂ ਜ਼ਾਮੀਆ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੇ ਅਪਰਾਧੀਆਂ ਨੂੰ ਮਿਲਣਾ। ਪਰਮੇਸ਼ਵਰ ਨੇ ਪਹਿਲਾਂ ਤੋਂ ਦੱਸਿਆ ਹੈ ਕਿ ਉਹ ਸਾਡੇ ਦਿਲਾਂ ਵਿੱਚ ਅਚੰਭਿਤ ਚੀਜ਼ਾਂ ਕਰਨਗੇ। ਹਰ ਰਾਤ ਮੈਂ ਤੱਕਦੀ ਹਾਂ ਕਿ ਮੈਂ ਰੋਮਾਂਚਕ ਚਮਤਕਾਰਿਕ ਕਹਾਣੀਆਂ ਵੰਡਾਂਗੀ ਜੋ ਮੈਂ ਨਿੱਜੀ ਤੌਰ ਤੇ ਦਸਤਾਵੇਜ਼ ਕੀਤੀਆਂ ਹਨ। ਤੁਸੀਂ ਇਹਨਾਂ ਵਿੱਚੋਂ ਕੋਈ ਵੀ ਚੂਕ ਨਹੀਂ ਕਰਨਾ ਚਾਹੋਗੇ। ਹੁਣ ਸਾਡੇ ਅਗਲੇ 14 ਦਿਨਾਂ ਦੇ ਸਮੇਂ ਵਿੱਚ ਮੈਂ ਬਾਈਬਲ ਵਿੱਚੋਂ ਪ੍ਰਸਤੁਤ ਕਰਾਂਗੀ ਉਹਨਾਂ ਚੀਜ਼ਾਂ ਨੂੰ ਜੋ ਮੈਨੂੰ ਖੁਦ ਬਹੁਤ ਰੋਮਾਂਚਕ ਅਤੇ ਮਨ ਨੂੰ ਲੁਭਾਉਣ ਵਾਲੀਆਂ ਲੱਗਦੀਆਂ ਹਨ। ਇਸੇ ਗੂੜੀ ਸੂਚਨਾ ਨੇ ਮੇਰੇ ਗੂੜੇ ਤੌਰ ਤੇ ਮੇਰੀ ਜ਼ਿੰਦਗੀ ਬਦਲੀ ਹੈ, ਸੰਸਾਰਿਕ ਤੌਰ ਤਰੀਕੇ ਤੋਂ ਸਵਰਗੀ ਤੌਰ ਤਰੀਕੇ ਵੱਲ। ਪਰਮੇਸ਼ਵਰ ਨੇ ਮੈਨੂੰ ਮਕਸਦ ਦਿੱਤਾ ਹੈ ਇਸ ਵਚਨ ਨੂੰ ਵੰਡਣ ਦਾ। ਮੈਨੂੰ ਪਵਿੱਤਰ ਸ਼ਾਸਤਰ ਉੱਤੇ ਪੂਰਾ ਭਰੋਸਾ ਹੈ, ਕਿਉਂਕਿ ਪਰਮੇਸ਼ਵਰ ਦੀਆਂ ਭਵਿੱਖਬਾਣੀਆਂ ਤੇ ਗੱਲਾਂ ਸੱਚ ਹਨ। ਹੁਣ ਇਸ ਤੋਂ ਹੀ ਆਪਾਂ ਸ਼ੁਰੂ ਕਰਾਂਗੇ। ਹੁਣ ਜੇ ਤੁਹਾਡੇ ਮਨ ਵਿੱਚ ਕੁਝ ਸਵਾਲ ਆਉਂਦੇ ਹਨ ਜਾਂ ਕਿਸੇ ਵੀ ਵੇਲੇ, ਤੁਸੀਂ ਇਸ ਵੀਡੀਓ ਦੇ ਹੇਠਾਂ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਤੁਹਾਡੇ ਪ੍ਰਸ਼ਨ ਦਾ ਉੱਤਰ ਬਾਈਬਲ ਚੋਂ ਮਿਲੇਗਾ। ਅਤੇ ਜੇ ਤੁਹਾਡੀ ਕੋਈ ਪ੍ਰਾਰਥਨਾ ਜਾਂ ਖਾਸ ਨਿਵੇਦਨ ਹੈ, ਵੀਡੀਓ ਹੇਠਾਂ ਦਿੱਤੇ ਲਿੰਕ ਦੇ ਉੱਤੇ ਕਲਿੱਕ ਕਰੋ ਤੇ ਸਾਡੀ ਟੀਮ ਤੁਹਾਡੇ ਲਈ ਦੁਆ ਕਰਕੇ ਬਹੁਤ ਖੁਸ਼ ਹੋਵੇਗੀ। ਅਸੀਂ ਇਕੱਠੇ ਸ਼ੁਰੂ ਕਰਾਂਗੇ ਅਨਲੌਕਿੰਗ ਦ ਟਰੁਥ, ਸੱਚ ਨੂੰ ਖੋਲਦੇ ਹੋਏ ਕਿ ਬਾਈਬਲ ਦੀ ਭਵਿੱਖਬਾਣੀ ਸੱਚੀਆਂ ਹਨ ਜਾਂ ਮਨਘੜਤ। ਬਾਈਬਲ ਦੀ ਭਵਿੱਖਬਾਣੀਆਂ ਨੂੰ ਖੋਲਣ ਦੀ ਕੁੰਜੀ ਹੈ ਬਾਈਬਲ ਆਪਣੇ ਲਈ ਖੁਦ ਬੋਲੇਗੀ। ਸਾਡੀ ਥੀਮ ਇਸ ਸੀਰੀਜ਼ ਦੀ ਹੋਵੇਗੀ, ਜੇ ਤਾਂ ਇਹ ਬਾਈਬਲ ਵਿੱਚ ਹੈ ਤਾਂ ਮੈਂ ਵਿਸ਼ਵਾਸ ਕਰਦਾ ਹਾਂ, ਪਰ ਜੇ ਬਾਈਬਲ ਇਸ ਨਾਲ ਸਹਿਮਤ ਨਹੀਂ ਹੈ ਤਾਂ ਇਹ ਚੀਜ਼ ਮੇਰੇ ਲਈ ਨਹੀਂ ਹੈ। ਹੁਣ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਇਸ ਸੈਮੀਨਾਰ ਦੇ ਕੀ ਲਾਭ ਹਨ ਤੇ ਇਹ ਮੇਰੇ ਲਈ ਕਿਉਂ ਹੈ, ਮੈਂ ਇਹਨਾਂ ਚੀਜ਼ਾਂ ਬਾਰੇ ਕਿਉਂ ਸੋਚਾਂ। ਇਹ ਬਾਈਬਲ ਦੀ ਸੂਚਨਾ ਤੁਹਾਡੇ ਜੀਵਨ ਨੂੰ ਕੀ ਮਤਲਬ ਦੇਵੇਗੀ ਤੇ ਉਹਨਾਂ ਪਰਿਸਥਿਤੀਆਂ ਨੂੰ ਵੀ ਜੋ ਤੁਸੀਂ ਸੰਸਾਰ ਵਿੱਚ ਇਸ ਸਮੇਂ ਵੇਖ ਰਹੇ ਹੋ। ਬਾਈਬਲ ਸਾਨੂੰ ਧਰਤੀ ਦੀ ਸਮੇਂ ਰੇਖਾ ਬਾਰੇ ਸੂਚਿਤ ਕਰਦੀ ਹੈ ਕਿ ਕਿਵੇਂ ਇਹ ਸ਼ੁਰੂ ਹੋਇਆ ਤੇ ਇਹ ਕਿਵੇਂ ਖਤਮ ਹੋਵੇਗਾ। ਲੋਕਾਂ ਨੂੰ ਆਖਰੀ ਸਮੇਂ ਬਾਰੇ ਚੇਤਾਵਨੀ ਦੇਣ ਦੀ ਜ਼ਰੂਰਤ ਹੈ ਜੋ ਇਸ ਧਰਤੀ ਤੇ ਹੋਣ ਜਾ ਰਿਹਾ ਹੈ। ਸਾਨੂੰ ਸ਼ੈਤਾਨ ਦੇ ਸ਼ਿਕੰਜਿਆਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਜੋ ਸਾਨੂੰ ਫਸਾਉਣ ਅਤੇ ਪਰਮੇਸ਼ਵਰ ਦੇ ਸੱਚ ਤੋਂ ਭਟਕਾਉਂਦੇ ਹਨ, ਜਿਨ੍ਹਾਂ ਦਾ ਖੁਲਾਸਾ ਬਾਈਬਲ ਦੇ ਵਿੱਚ ਹੈ। ਸਾਨੂੰ ਪਰਮੇਸ਼ਵਰ ਤੇ ਸ਼ੈਤਾਨ ਦੇ ਵਿਚਕਾਰ ਯੁੱਧ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਦੋਵੇਂ ਸਾਡੀ ਸੱਚੀ ਆਰਾਧਨਾ ਦੀ ਭਾਲ ਵਿੱਚ ਹਨ। ਇਸ ਸਮੇਂ ਸੰਸਾਰ ਦੀ ਨਾਜ਼ੁਕ ਹਾਲਾਤਾਂ ਦੇ ਨਾਲ ਅਸੀਂ ਸਹੀ ਉਤਰਨ ਲਈ ਕਿੱਥੇ ਜਾ ਸਕਦੇ ਹਾਂ? ਪਰਮੇਸ਼ਵਰ ਦੇ ਪੁੱਤਰ ਯਿਸੂ ਨੇ ਪਹਿਲਾਂ ਤੋਂ ਹੀ ਸਾਨੂੰ ਪਵਿੱਤਰ ਸ਼ਾਸਤਰ ਵਿੱਚ ਚੇਤੰਨ ਤੇ ਪ੍ਰਕਾਸ਼ਿਤ ਕੀਤਾ ਹੈ ਕਿ ਸਾਨੂੰ ਬਾਈਬਲ ਵਿੱਚੋਂ ਕੀ ਜਾਣਨ ਦੀ ਲੋੜ ਹੈ। ਸਾਡਾ ਬਾਈਬਲ ਦਾ ਹਰ ਇੱਕ ਵਿਸ਼ਾ ਅਖੀਰ ਤੱਕ ਸਾਨੂੰ ਵਧਾਵੇਗਾ ਤੇ ਮਜ਼ਬੂਤ ਬਣਾਏਗਾ ਤੇ ਕਿਸੇ ਵੀ ਅਧਿਆਇ ਨੂੰ ਛੱਡਿਓ ਨਾ। ਇਹ ਵਿਸ਼ੇ ਸਾਨੂੰ ਵੱਖ-ਵੱਖ ਸਨੈਪਸ਼ਾਟ ਦ੍ਰਿਸ਼ ਪ੍ਰਦਾਨ ਕਰੂਗੇ ਕਿ ਯਿਸੂ ਸੱਚਮੁੱਚ ਕੀ ਹਨ ਅਤੇ ਸਾਨੂੰ
ਕੀ ਸਿਖਾਉਂਦੇ ਹਨ ਤਾਂ ਜੋ ਅਸੀਂ ਉਹਨਾਂ ਦੇ ਕਦਮਾਂ ਤੇ ਚੱਲ ਸਕੀਏ। ਇਸ ਸ਼੍ਰृंखला ਦੇ ਅੰਤ ਵਿੱਚ ਤੁਸੀਂ ਆਪਣੀ ਬਾਈਬਲ ਤੋਂ ਜਾਣੋਗੇ ਉਹਨਾਂ ਪ੍ਰਸ਼ਨਾਂ ਦੇ ਸਵਾਲ, ਜਿਵੇਂ ਕਿ ਬੀਸਟ ਕੌਣ ਹੈ, ਜਿਸ ਦਾ ਜ਼ਿਕਰ ਪ੍ਰਕਾਸ਼ਨ 13 ਅਧਿਆਇ ਵਿੱਚ ਕੀਤਾ ਗਿਆ ਹੈ, ਬੀਸਟ ਦਾ ਚਿੰਨ੍ਹ ਕੀ ਹੈ, ਕੀ 666 ਸੱਚਮੁੱਚ ਬਾਈਬਲ ਵਿੱਚ ਹੈ, ਜੀਵਤੇ ਖੁਦਾ ਦੀ ਮੋਹਰ ਦਾ ਜ਼ਿਕਰ ਖੁਦਾ ਕਿਵੇਂ ਕਰਦਾ ਹੈ, ਕਿ ਤੁਸੀਂ ਜਾਣਦੇ ਹੋ ਕਿ ਬਾਈਬਲ ਕੀ ਕਹਿੰਦੀ ਹੈ, ਤੁਹਾਡੇ ਉੱਤੇ ਮੋਹਰ ਲੱਗਣ ਦੀ ਜ਼ਰੂਰਤ ਕਿਉਂ ਹੈ, ਤਾਂ ਜੋ ਤੁਸੀਂ ਸਵਰਗ ਵਿੱਚ ਦਾਖਲ ਹੋ ਸਕੋ। ਅਸੀਂ ਸਿੱਖਾਂਗੇ ਕਿ ਬੈਬੀਲੋਨ ਕੀ ਦਰਸਾਉਂਦਾ ਹੈ ਅਤੇ ਅਸੀਂ ਕਿੱਦਾਂ ਪੱਕਾ ਕਰੀਏ ਕਿ ਅਸੀਂ ਉਸ ਦਾ ਹਿੱਸਾ ਨਹੀਂ। ਬਾਈਬਲ ਕੀ ਕਹਿੰਦੀ ਹੈ ਕਿ ਕੀ ਹੋਵੇਗਾ ਜਦੋਂ ਅਸੀਂ ਮਰੋਗੇ। ਇਹ ਤੁਹਾਨੂੰ ਹੈਰਾਨ ਕਰੇਗਾ ਕਿ ਤੁਹਾਨੂੰ ਪਤਾ ਸੀ ਕਿ ਪਰਮੇਸ਼ਰ ਉਹਨਾਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰਦੇ ਹਨ ਜੋ ਅਖੀਰ ਦੇ ਦਿਨਾਂ ਦੇ ਲਈ ਬਚਾਈ ਹੋਈ ਕਲੀਸਿਆ ਤੇ ਲੋਕਾਂ ਦੇ ਲਈ ਪ੍ਰਕਾਸ਼ਨ ਦੀ ਪੁਸਤਕ ਵਿੱਚ ਹਨ। ਪ੍ਰਕਾਸ਼ਨ ਦੀ ਪੋਥੀ ਕੀ ਕਹਿੰਦੀ ਹੈ, ਉਹ ਹਜ਼ਾਰਾਂ ਸਾਲਾਂ ਬਾਰੇ ਕੀ ਹੋਵੇਗਾ। ਕੀ ਤੁਹਾਨੂੰ ਪਤਾ ਹੈ ਇਹ ਤੁਸੀਂ ਚੁਣਦੇ ਹੋ ਕਿ ਤੁਸੀਂ ਕਿੱਥੇ ਜਾਓਗੇ ਇਹਨਾਂ ਹਜ਼ਾਰਾਂ ਸਾਲਾਂ ਲਈ। ਜੇ ਪਰਮੇਸ਼ਰ ਪ੍ਰੇਮੀ ਹੈ ਤਾਂ ਕੀ ਸੱਚਮੁੱਚ ਲੋਕਾਂ ਨੂੰ ਜਲਾਵੇਗਾ ਸਦਾ ਤੀਕਰ ਲਈ। ਅਸੀਂ ਦੇਖਾਂਗੇ ਕਿ ਬਾਈਬਲ ਨਰਕ ਬਾਰੇ ਕੀ ਕਹਿੰਦੀ ਹੈ। ਇਹ ਮਨੁੱਖ ਦੀ ਸੋਚ ਤੋਂ ਅਲੱਗ ਹੈ। ਬਾਈਬਲ ਯੀਸ਼ੂ ਦੇ ਦੂਜੇ ਆਗਮਨ ਦੀ ਵਿਆਖਿਆ ਕਿਵੇਂ ਕਰਦੀ ਹੈ। ਯੀਸ਼ੂ ਬਹੁਤ ਨਿਸ਼ਚਿਤ ਹੈ ਤਾਂ ਕਿ ਅਸੀਂ ਝੂਠੇ ਮਸੀਹਾਂ ਦੁਆਰਾ ਮੂਰਖ ਨਾ ਬਣਾਏ ਜਾਈਏ। ਬਾਈਬਲ ਸਾਨੂੰ ਅਣਦੇਖੇ ਯੁੱਧ ਬਾਰੇ ਜੋ ਸਾਡੇ ਇਰਦ ਗਿਰਦ ਹੈ ਬੁੱਧੀ ਦੀ ਗੱਲਾਂ ਦੱਸਦੀ ਹੈ। ਦੋਸਤੋ, ਮੇਰੇ ਨਾਲ ਆਓ ਪ੍ਰਾਰਥਨਾ ਕਰੋ। स्वर्गीय पिता, ब्रह्मांड दे राजा, दिलों दे बादशाह, प्रभु, मेरा मुझवे जो कुछ भी है खाली करो ਅਤੇ ਆਪਣੇ ਪਵਿੱਤਰ ਆਤਮਾ ਨਾਲ ਮੈਨੂੰ ਭਰ ਦਿਓ। ਆਪਣੇ ਵਚਨਾਂ ਨਾਲ ਮੇਰੇ ਹੋਠਾਂ ਦਾ ਅਭਿਸ਼ੇਕ ਕਰੋ। ਸਾਨੂੰ ਹਰ ਇੱਕ ਜਾਨ ਨੂੰ ਆਪਣੇ ਪਵਿੱਤਰ ਸਵਰਦੂਤਾਂ ਨਾਲ ਘੇਰ ਦਿਓ। ਜਿਵੇਂ ਅੱਜ ਰਾਤ ਅਸੀਂ ਤੁਹਾਡਾ ਵਚਨ ਪੜ੍ਹਦੇ ਹਾਂ, ਯਿਸੂ ਦੇ ਬਹੁਮੁੱਲੇ ਤੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਸੋ ਦੋਸਤ, ਤੁਸੀਂ ਇਸ ਅਣਦੇਖੀ ਜੰਗ ਵਿੱਚ ਕਿਵੇਂ ਫਿੱਟ ਬੈਠਦੇ ਹੋ। ਧਰਤੀ ਉੱਤੇ ਇਹ ਲੜਾਈ, ਤੁਸੀਂ ਅੱਜ ਰਾਤ ਦੇ ਵਿਸ਼ੇ ਭਵਿੱਖਬਾਣੀ ਵਿੱਚ ਕਿਵੇਂ ਫਿੱਟ ਬੈਠੋਗੇ। ਅਸੀਂ ਇਸ ਦੇ ਸੱਚਾਈ ਨੂੰ ਖੋਲਣਾ ਸ਼ੁਰੂ ਕਰਾਂਗੇ। ਬਾਈਬਲ ਦੇ ਭਵਿੱਖਬਾਣੀ ਸਹੀ ਸਾਬਿਤ ਹੋਈਆਂ ਤੇ ਤੁਹਾਨੂੰ ਕਿਉਂ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਤੁਹਾਡੀ ਉਮਰ, ਤੁਹਾਡੇ ਲਿੰਗ ਦਾ ਕੋਈ ਮਾਇਨੇ ਨਹੀਂ ਰੱਖਦੇ। ਤਾਂ ਜਿੱਥੇ ਤੁਸੀਂ ਇਸ ਗ੍ਰਹਿ ਦੇ ਵਿੱਚ ਰਹਿੰਦੇ ਹੋ, ਤੁਸੀਂ ਬਹੁਤ ਅੰਦਰ ਹੋ ਇਸ ਭਵਿੱਖਬਾਣੀ ਦਾ ਬਹੁਤ ਹੀ ਕੇਂਦਰ। ਭਾਵੇਂ ਤੁਸੀਂ ਹੋਣਾ ਚਾਹੁੰਦੇ ਹੋ ਜਾਂ ਨਹੀਂ। ਤਾਂ ਆਓ ਵੇਖੀਏ ਅਸੀਂ ਇਸ ਸਥਿਤੀ ਵਿੱਚ ਕਿਵੇਂ ਪਏ। ਸਾਡੀ ਦੁਨੀਆ, ਗ੍ਰਹਿ, ਧਰਤੀ, ਮਨੁੱਖ ਜਾਤੀ ਲੜਿਆ ਜਾ ਰਿਹਾ ਇੱਕ ਖੇਤਰ ਹੈ। ਦੁਸ਼ਮਣ ਦਾ ਇਰਾਦਾ ਹਰੇਕ ਮਨੁੱਖੀ ਦਿਲ ਦਾ ਧਾਵਾ ਕਰਨਾ ਹੈ ਤੇ ਤੁਹਾਡਾ ਤੇ ਮੇਰਾ ਉਸਦੇ ਆਪਣੇ ਖੇਤਰ ਦੇ ਰੂਪ ਵਿੱਚ। ਪੋਥੀ ਇਸ ਦੁਸ਼ਮਣ ਨੂੰ ਸ਼ੈਤਾਨ ਕਹਿੰਦੀ ਹੈ ਜੋ ਨਰਕ ਚੁੱਕਿਆ ਹੋਇਆ ਹੈ। ਮਨੁੱਖ ਜਾਤੀ ਤੇ ਕਾਬੂ ਪਾਉਣ ਤੇ ਉਹ ਝੂਠ ਬੋਲਦਾ ਰਹੇਗਾ, ਧੋਖਾ ਦੇਵੇਗਾ ਅਤੇ ਸਾਨੂੰ ਆਪਣੇ ਰਾਜ ਅਧੀਨ ਲਿਆਉਣ ਲਈ, ਚੋਰੀ ਉਸਦੇ ਨਿਯੰਤਰਣ ਦੇ ਵਿੱਚ ਕਰਨ ਲਈ ਉਹ ਸਭ ਕੁਝ ਕਰੇਗਾ। ਪਰ ਇਹ ਸਭ ਕਿਵੇਂ ਹੋਵੇਗਾ। ਬੈਕ ਸਟੋਰ ਨੂੰ ਸਮਝ ਕੇ ਸਾਡੇ ਕੋਲ ਬਹੁਤ ਸੌਖਾ ਸਮਾਂ ਹੋਵੇਗਾ ਇਹ ਪਤਾ ਲਗਾਉਣ ਲਈ ਕਿ ਕੀ ਸੱਚ ਹੈ ਤੇ ਕੀ ਗਲਤ ਹੈ। ਮਹਾਕਵੀ ਅਨੁਪਾਤ ਦੀ ਇਹ ਦੂਤ ਕਹਾਣੀ ਸੁਣਾਉਣ ਦੀ ਜ਼ਰੂਰਤ ਹੈ ਅਤੇ ਸਮਝਿਆ ਇਹ ਇੱਕ ਬ੍ਰਹਮੰਡੀ ਯੁੱਧ ਬਾਰੇ ਹੈ। ਇਹ ਬ੍ਰਹਮੰਡੀ ਬਚਾਅ ਬਾਰੇ ਹੈ। ਇਹ ਬ੍ਰਹਮੰਡ ਦੇ ਅੰਦਰ ਸਵਰਗ ਨਾਮਕ ਜਗ੍ਹਾ ਤੋਂ ਸ਼ੁਰੂ ਹੁੰਦਾ ਹੈ। ਰੱਬ ਪਿਤਾ ਦੇ ਘਰ ਤੁਸੀਂ ਦੇਖੋ, ਰੱਬ ਸਭ ਕੁਝ ਪਿਆਰ ਬਾਰੇ ਹੈ। ਪਿਆਰ ਦੀ ਥੀਮ ਪੂਰੀ ਬਾਈਬਲ ਦੇ ਵਿੱਚ ਝਲਕਦੀ ਹੈ। ਰੱਬ ਦੇ ਪਿਆਰ ਦਾ ਸਭ ਤੋਂ ਵੱਡਾ ਮੂਲ ਪ੍ਰਦਰਸ਼ਨ ਹੈ ਕਿ ਉਸਨੇ ਸਾਨੂੰ ਪਸੰਦ ਦੀ ਆਜ਼ਾਦੀ ਨਾਲ ਬਣਾਇਆ ਹੈ। ਇੱਕ ਸਮਾਂ ਜ਼ਰੂਰ ਆਇਆ ਹੋਵੇਗਾ ਜਦੋਂ ਰੱਬ ਨੇ ਸਮਝਾਇਆ ਹੋਵੇਗਾ ਆਪਣੇ ਦੂਤਾਂ ਨੂੰ ਉਹਨਾਂ ਦੀ ਮਰਜ਼ੀ ਬਾਰੇ। ਸ਼ਾਇਦ ਰੱਬ ਨੇ ਕੁਝ ਅਜਿਹਾ ਕਿਹਾ ਹੋਵੇਗਾ, ਸਵਰਦੂਤੋ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਇੱਕ ਬਹੁਤ ਹੀ ਕੀਮਤੀ ਚੀਜ਼ ਜਿਸ ਨੂੰ ਆਜ਼ਾਦੀ ਕਿਹਾ ਜਾਂਦਾ ਹੈ। ਸ਼ੁਰੂ ਵਿੱਚ ਇੱਕ ਵੀ ਜੀਵਨ ਬਣਾਉਣ ਤੋਂ ਪਹਿਲਾਂ ਮੈਨੂੰ ਇਹ ਫੈਸਲਾ ਲੈਣਾ ਸੀ ਕਿ ਮੈਂ ਤੁਹਾਨੂੰ ਆਜ਼ਾਦੀ ਦੇਵਾਂ ਜਾਂ ਨਾ, ਜਾਂ ਮੈਂ ਤੁਹਾਡੀ ਇੱਛਾਵਾਂ ਨੂੰ ਨਿਯੰਤਰਿਤ ਕਰਾਂ। ਜੇ ਮੈਂ ਤੁਹਾਡੀ ਇੱਛਾਵਾਂ ਨੂੰ ਕਾਬੂ ਕਰਦਾ ਤਾਂ ਮੇਰੀ ਗਾਰੰਟੀ ਹੋ ਜਾਂਦੀ ਤੁਹਾਡੀ ਆਗਿਆਕਾਰਿਤਾ। ਪਰ ਇਸ ਆਗਿਆਕਾਰਿਤਾ ਦੇ ਨਾਲ ਤੁਹਾਡੀ ਪਸੰਦ ਦੀ ਆਜ਼ਾਦੀ ਛੀਨ ਲਿੱਤੀ ਜਾਂਦੀ, ਜੋ ਕਿ ਸਭ ਤੋਂ ਵੱਡਾ ਕੀਮਤੀ ਤੋਹਫਾ ਹੈ। ਮੈਂ ਤੁਹਾਨੂੰ ਜੋ ਦੇ ਸਕਦਾ ਹਾਂ, ਸਭ ਤੋਂ ਬਹੁਮੁੱਲੀ ਕੀਮਤੀ ਤੋਹਫਾ ਜੋ ਤੁਸੀਂ ਮੈਨੂੰ ਦੇ ਸਕਦੇ ਹੋ, ਉਹ ਹੈ ਪਿਆਰ, ਜਿਸ ਤੋਂ ਮੈਂ ਲੁੱਟਿਆ ਗਿਆ। ਇਸ ਲਈ ਮੈਂ ਤੁਹਾਨੂੰ ਆਜ਼ਾਦੀ ਦਿੱਤੀ, ਪਸੰਦ ਦੀ ਆਜ਼ਾਦੀ। ਮੈਨੂੰ ਪਤਾ ਸੀ ਕਿ ਭਵਿੱਖ ਵਿੱਚ ਕਿਤੇ ਹੋ ਸਕਦਾ ਹੈ ਕਿ ਗਲਤ ਜਾਂ ਜਵਾਬੀ ਹਮਲਾ ਹੋਵੇ, ਪਰ ਮੈਂ ਜੋਖਿਮ ਲਿਆ ਤੁਹਾਡੇ ਦੁਆਰਾ ਆਜ਼ਾਦ ਪਿਆਰ ਨੂੰ ਪ੍ਰਾਪਤ ਕਰਨ ਲਈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਦੋਸਤੋ ਕਿ ਬਹੁਤ ਕੁਝ ਗਲਤ ਹੋ ਗਿਆ ਸੀ। ਲੂਸੀਫਰ ਨਾਂ ਦਾ ਇੱਕ ਸਵਰਦੂਤ ਸੀ ਜੋ ਆਪਣੀ ਜਗ੍ਹਾ ਛੱਡ ਗਿਆ। ਦੂਤ ਆਪਸ ਵਿੱਚ ਮੁਸੀਬਤ 'ਚ ਪੈ ਗਏ ਉਹਦੇ ਕਾਰਨ, ਔਰ ਲੂਸੀਫਰ ਆਪਣੇ ਉੱਚੇ ਅਹੁਦੇ ਦੇ ਕਾਰਨ, ਹੰਕਾਰ ਦੇ ਵਿੱਚ, ਆਪਣੀ ਪ੍ਰਤਿਭਾ ਤੇ ਸੁੰਦਰਤਾ ਦੇ ਕਾਰਨ ਉਸਦੇ ਦਿਲ ਦੇ ਵਿੱਚ ਘਮੰਡ ਵੱਧਦਾ ਗਿਆ ਤੇ ਉਹ ਈਰਖਾ ਉਸਦੇ ਮਨ ਵਿੱਚ ਪੈਦਾ ਹੋ ਗਈ, ਜਿਸ ਕਾਰਨ ਉਹ ਰੱਬ ਬਣਨਾ ਚਾਹੁੰਦਾ ਸੀ, ਰੱਬ ਦਾ ਸੇਵਕ ਨਹੀਂ। ਚਲੋ ਬਹੁਤ ਸਾਰੇ ਮੈਂ ਬਿਆਨ ਲੂਸੀਫਰ ਦੇ ਯਸ਼ਾਇਆ 14 ਵਿੱਚ 12 ਤੋਂ ਲੈ ਕੇ 14 'ਚ ਆਪਾਂ ਪੜਾਂਗੇ। ਲੂਸੀਫਰ, ਤੁਸੀਂ ਸਵਰਗ ਤੋਂ ਕਿਵੇਂ ਡਿੱਗ ਪਏ? ਸਵੇਰ ਦਾ ਪੁੱਤਰ, ਕਿਉਂਕਿ ਤੁਸੀਂ ਆਪਣੇ ਮਨ ਵਿੱਚ ਕੀ ਕਿਹਾ ਹੈ, ਮੈਂ ਸਵਰਗ ਵਿੱਚ ਚੜ ਜਾਵਾਂਗਾ, ਮੈਂ ਆਪਣਾ ਤਖਤ ਉੱਚਾ ਕਰਾਂਗਾ, ਰੱਬ ਦੇ ਤਾਰਿਆਂ ਦੇ ਉੱਪਰ ਮੈਂ ਵੀ ਬੈਠਾਂਗਾ, ਕਲੀਸਿਆ ਦੇ ਪਹਾੜ ਉੱਤੇ, ਉੱਤਰ ਦੇ ਸਭ ਤੋਂ ਦੂਰ ਵਾਲੇ ਪਾਸੇ, ਮੈਂ ਬੱਦਲਾਂ ਦੀ ਉਚਾਈ ਤੋਂ ਉੱਪਰ ਚੜ ਜਾਵਾਂਗਾ, ਮੈਂ ਸਭ ਤੋਂ ਉੱਚੇ ਸਥਾਨ ਤੇ
ਹੋਵਾਂਗਾ। ਸ਼ੈਤਾਨ ਚਾਹੁੰਦਾ ਸੀ ਕਿ ਉਹ ਰੱਬ ਹੋਵੇ, ਪਰਮੇਸ਼ਰ ਨੂੰ ਉਸਦੇ ਤਖ਼ਤ ਤੋਂ ਹਟਾ ਦਿੱਤਾ ਜਾਵੇ ਤੇ ਬ੍ਰਹਮੰਡ ਤੇ ਰਾਜ ਕਰੇ। ਉਹ ਪਰਮਾਤਮਾ ਨੂੰ ਸਤਿਕਾਰ ਦੇਣਾ ਨਹੀਂ ਚਾਹੁੰਦਾ ਸੀ, ਪਰ ਗੁਪਤ ਰੂਪ ਵਿੱਚ ਉਹ ਆਪਣੇ ਆਪ ਦਾ ਅਸਲ ਇਰਾਦਾ ਛੁਪਾ ਲਿਆ। ਉਸਨੇ ਝੂਠ ਬੋਲਿਆ ਅਤੇ ਦੂਤਾਂ ਨੂੰ ਆਪਣੀ ਸਿਆਣਪ ਬਾਰੇ ਦੱਸਿਆ ਕਿ ਉਹ ਕਾਫੀ ਚੰਗਾ ਹੈ। ਉਹਨਾਂ ਨੂੰ ਰੱਬ ਦੇ ਕਾਨੂੰਨਾਂ ਦੀ ਜ਼ਰੂਰਤ ਨਹੀਂ ਸੀ ਕਿ ਉਹ ਕੀ ਕਰਨ। ਨਤੀਜੇ ਵਜੋਂ ਕੁਝ ਦੂਤ ਰੱਬ ਦੇ ਉੱਤੇ ਸ਼ੱਕ ਕਰਨ ਲੱਗੇ ਅਤੇ ਲੂਸੀਫਰ ਨੇ ਯਿਸੂ ਨੂੰ, ਪਰਮੇਸ਼ਰ ਦੇ ਪੁੱਤਰ ਨੂੰ ਚੁਣੌਤੀ ਦਿੱਤੀ। ਬ੍ਰਹਮੰਡ ਦੇ ਨਿਯੰਤਰਣ ਦੇ ਲਈ ਲੂਸੀਫਰ ਉਸਦੇ ਬਰਾਬਰ ਹੋਣਾ ਚਾਹੁੰਦਾ ਸੀ। ਪ੍ਰਕਾਸ਼ਨ ਦੀ ਪੋਥੀ 12:7 ਵਿੱਚ ਇਹ ਕਿਹਾ ਗਿਆ ਹੈ, ਸਵਰਗ ਵਿੱਚ ਲੜਾਈ ਹੋਈ। ਪਰਮੇਸ਼ਰ ਦੇ ਦੂਤ ਫੌਜਾਂ ਦਾ 1/3 ਹਿੱਸਾ ਲੂਸੀਫਰ ਦੀ ਬਗਾਵਤ ਵਿੱਚ ਸ਼ਾਮਿਲ ਹੋਇਆ ਅਤੇ ਹਿੰਸਕ ਤੌਰ ਤੇ ਲੜਿਆ। ਲੜਾਈ ਸਾਰੇ ਬ੍ਰਹਮੰਡ ਵਿੱਚ ਫੈਲ ਗਈ ਅਤੇ ਅੰਤ ਵਿੱਚ ਲੂਸੀਫਰ ਅਤੇ ਉਸਦੇ ਡਿੱਗਦੇ ਦੂਤ ਸਵਰਗ ਤੋਂ ਬਾਹਰ ਸੁੱਟੇ ਗਏ। ਇਸ ਲਈ ਲੂਸੀਫਰ ਅਤੇ ਉਸਦੇ ਧੋਖੇ ਖਾਦੇ ਹੋਏ ਦੂਤਾਂ ਨੂੰ ਇੱਕ ਛੋਟਾ ਜਿਹੇ ਗ੍ਰਹਿ ਵਿੱਚ ਸੁੱਟਿਆ, ਜਿਸ ਦਾ ਨਾਮ ਧਰਤੀ ਵਾਲਾ ਇਲਾਕਾ ਹੈ। ਚੰਗੇ ਅਤੇ ਬੁਰਾਈ ਦੇ ਵਿਚਕਾਰ ਇਹ ਮਹਾਨ ਯੁੱਧ ਦੀ ਸ਼ੁਰੂਆਤ ਤੋਂ ਹੀ ਪਵਿੱਤਰ ਸ਼ਾਸਤਰ ਸਾਨੂੰ ਇੱਕ ਯੋਧਾ ਦੇਣ ਦਾ ਵਾਅਦਾ ਕਰਦਾ ਹੈ। ਇਸ ਯੋਧੇ ਦਾ ਨਾਮ ਹੈ ਪਰਮੇਸ਼ਰ ਦਾ ਪੁੱਤਰ ਯਿਸੂ। ਉਹ ਸਾਨੂੰ ਇੰਨਾ ਪਿਆਰ ਕਰਦਾ ਹੈ ਕਿ ਪਹਿਲਾਂ ਤੋਂ ਉਸਨੇ ਸਾਨੂੰ ਬਚਾਉਣ ਦੀ ਯੋਜਨਾ ਬਣਾਈ। ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਦੀ ਇੱਕ ਥੀਮ ਹੈ। ਇਹ ਸਾਨੂੰ ਦਰਸਾਉਂਦਾ ਹੈ ਕਿ ਗ੍ਰਹਿ ਧਰਤੀ ਇੱਕ ਵਿਵਾਦ ਅਧੀਨ ਹੈ। ਰੱਬ ਸਾਨੂੰ ਚਾਹੁੰਦਾ ਹੈ ਤੇ ਸ਼ੈਤਾਨ ਵੀ ਸਾਨੂੰ ਚਾਹੁੰਦਾ ਹੈ। ਸਾਨੂੰ ਮਨੁੱਖਾਂ ਨੂੰ ਇੱਕ ਭਿਆਨਕ ਲੜਾਈ ਨੂੰ ਸਮਝਣ ਦੀ ਲੋੜ ਹੈ। ਸਾਡੀ ਧਰਤੀ ਗ੍ਰਹਿ ਉੱਪਰ ਦੋਸਤੋ, ਇਹ ਜ਼ਿੰਦਗੀ ਜਾਂ ਮੌਤ ਦਾ ਮਾਮਲਾ ਹੈ। ਬਾਈਬਲ ਦੀ ਪਹਿਲੀ ਲਾਈਨ ਸਾਰੇ ਇਲਾਕਿਆਂ ਬਾਰੇ ਹੈ। ਕਲਾਮ ਦੇ ਵਿੱਚ ਉਤਪਤ 1:1 ਕਹਿੰਦੀ ਹੈ, ਸ਼ੁਰੂ ਵਿੱਚ ਰੱਬ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ। ਇਹਨਾਂ ਦੇ ਦੋ ਖੇਤਰਾਂ, ਦੋ ਪ੍ਰਦੇਸ਼ਾਂ ਸਥਾਪਿਤ ਕਰਦਾ ਹੈ, ਪਹਿਲਾ ਆਕਾਸ਼ ਤੇ ਦੂਜਾ ਧਰਤੀ। ਰੱਬ ਦਾ ਵਚਨ ਉਤਪਤ 1:26 ਵਿੱਚ ਕਹਿੰਦਾ ਹੈ, ਆਓ ਆਪਾਂ ਆਦਮੀ ਨੂੰ ਆਪਣੇ ਸਰੂਪ ਉੱਤੇ ਬਣਾਈਏ ਤੇ ਸਾਡੀ ਪਸੰਦ ਦੇ ਅਨੁਸਾਰ ਬਣਾਈਏ ਤੇ ਉਹਨਾਂ ਨੂੰ ਰਾਜ ਕਰਨ ਦਿਓ। ਹੁਣ ਹੁਕੂਮਤ ਦਾ ਅਰਥ ਕੀ ਹੈ? ਇਸ ਦਾ ਅਰਥ ਹੈ ਰਾਜ ਕਰਨ ਦਾ ਅਧਿਕਾਰ, ਨਿਯੰਤਰਣ ਦੀ ਸ਼ਕਤੀ। ਰਾਜ ਕਰਨ ਦਾ ਅਧਿਕਾਰ, ਇੱਕ ਰਾਜ ਜਿੱਥੇ ਇੱਕ ਸ਼ਾਸਕ ਦਾ ਇੰਚਾਰਜ ਹੈ। ਉਤਪਤ 1:28 ਵਿੱਚ ਪਰਮੇਸ਼ਰ ਨੇ ਆਦਮ ਅਤੇ ਹਵਾ ਨੂੰ ਆਸੀਸ ਦਿੱਤੀ ਤੇ ਕਿਹਾ, ਫਲੋ ਫੁੱਲੋ ਤੇ ਫਲਦਾਰ ਬਣੋ, ਧਰਤੀ ਨੂੰ ਭਰੋ ਅਤੇ ਇਸ ਨੂੰ ਕਾਬੂ ਕਰੋ, ਸਮੁੰਦਰ ਦੀ ਮੱਛੀਆਂ ਉੱਤੇ ਰਾਜ ਕਰੋ, ਹਵਾ ਦੇ ਪੰਛੀਆਂ ਤੇ ਹਰ ਜੀਵਿਤ ਚੀਜ਼ਾਂ ਉੱਤੇ ਜੋ ਧਰਤੀ ਉੱਤੇ ਚੱਲਦੀ ਹੈ। ਰੱਬ ਨੇ ਕਿਹਾ ਹੈ, ਸਾਰੀ ਧਰਤੀ ਤੁਹਾਡਾ ਡੋਮੇਨ ਹੈ, ਤੁਹਾਡੀ ਰਹਿਣ ਵਾਲੀ ਜਗ੍ਹਾ ਹੈ। ਹਾਲਾਂਕਿ ਅਦਨ ਦੇ ਬਾਗ ਵਿੱਚ ਹਕੂਮਤ ਦੀ ਇੱਕ ਹੋਰ ਜਗ੍ਹਾ ਦੀ ਆਗਿਆ ਸੀ। 12 ਇੱਕ ਛੋਟਾ ਜਿਹਾ ਦੁਸ਼ਮਣ ਪ੍ਰਦੇਸ਼ ਜਿਸ ਨੂੰ ਰੁੱਖ ਕਹਿੰਦੇ ਹਨ, ਚੰਗੇ ਅਤੇ ਬੁਰਾਈ ਦੇ ਗਿਆਨ ਦਾ। ਰੱਬ ਨੇ ਉਤਪਤ 2:17 ਵਿੱਚ ਚੇਤਾਵਨੀ ਦਿੱਤੀ, ਪਰ ਰੁੱਖ ਦੀ ਚੰਗੇ ਅਤੇ ਬੁਰਾਈ ਦੇ ਗਿਆਨ ਦਾ ਤੁਹਾਨੂੰ ਇਸ ਵਿੱਚੋਂ ਕੁਝ ਵੀ ਫਲ ਨਹੀਂ ਖਾਣਾ, ਕਿਉਂਕਿ ਉਸ ਦਿਨ ਵਿੱਚ ਜਦੋਂ ਤੁਸੀਂ ਇਸ ਨੂੰ ਖਾਓਗੇ ਤੁਸੀਂ ਜ਼ਰੂਰ ਮਰ ਜਾਓਗੇ। ਇਸ ਰੁੱਖ ਨੇ ਆਦਮ ਤੇ ਹਵਾ ਨੂੰ ਉਹਨਾਂ ਦੀ ਆਪਣੀ ਮਰਜ਼ੀ ਦੀ ਯਾਦ ਦਿਵਾ ਦਿੱਤੀ। ਰੱਬ ਦਾ ਕਹਿਣਾ ਉਹਨਾਂ ਨੇ ਮੰਨਣਾ ਹੈ ਜਾਂ ਨਹੀਂ। ਸ਼ੈਤਾਨ ਨੂੰ ਦਰਖਤ ਤੇ ਜਗ੍ਹਾ ਦੇਣ ਦਿੱਤੀ ਗਈ ਸੀ। ਚੰਗੇ ਤੇ ਬੁਰਾਈ ਦੇ ਗਿਆਨ ਦਾ ਉਹ ਜਿੱਥੇ ਵੀ ਜਾਣਾ ਚਾਹੁੰਦਾ ਸੀ, ਖੁੱਲ੍ਹ ਕੇ ਭਟਕ ਨਹੀਂ ਸਕਦਾ ਸੀ। ਅਸਲ ਵਿੱਚ ਇਹ ਦਰਖਤ ਉਸਦਾ ਖੇਤਰ ਸੀ ਜਿਸ ਦੇ ਉੱਤੇ ਉਹ ਕੜੀ ਨਿਗਾਹ ਰੱਖਦਾ ਸੀ। ਉਸਦਾ ਮੇਨ ਉਦੇਸ਼ ਇਹ ਸੀ ਕਿ ਉਹ ਆਪਣੇ ਇਸ ਖੇਤਰ ਨੂੰ ਵਧਾਉਣਾ ਚਾਹੁੰਦਾ ਸੀ ਔਰ ਇਸ ਆਸ਼ਾ ਵਿੱਚ ਸੀ ਕਿ ਆਦਮ ਔਰ ਹਵਾ ਉਸਦੀ ਜਗ੍ਹਾ ਵਿੱਚ ਆਉਣਗੇ ਤੇ ਉਹ ਪਰਮੇਸ਼ਵਰ ਦੇ ਖਿਲਾਫ ਉਹਨਾਂ ਨੂੰ ਭੜਕਾਏਗਾ। ਉਹ ਪਰਮੇਸ਼ਵਰ ਦੇ ਖਿਲਾਫ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਪਰਮੇਸ਼ਵਰ ਦੇ ਅਸਲ ਚਰਿੱਤਰ ਕੀ ਹੈ, ਉਹ ਝੂਠ ਹੈ ਅਤੇ ਮਨੁੱਖੀ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ ਕਿ ਰੱਬ ਕੌਣ ਹੈ, ਜਿਵੇਂ ਉਸਨੇ ਸਵਰਦੂਤਾਂ ਨਾਲ ਕੀਤਾ ਸੀ। ਉਤਪਤ ਦੇ ਸ਼ੁਰੂਆਤੀ ਅਧਿਆਵਾਂ ਵਿੱਚ, ਖਾਸ ਕਰਕੇ 1, 2, 3 ਵਿੱਚ ਤੁਸੀਂ ਸਮਝਦੇ ਹੋ ਕਿ ਇੱਕ ਵਿਵਾਦ ਹੈ, ਕੁਝ ਗਲਤ ਹੈ। ਸ਼ੈਤਾਨ ਨੇ ਆਪਣੇ ਆਪ ਨੂੰ ਭੇਸਿਆ ਇੱਕ ਚਲਾਕ ਸੱਪ ਦੇ ਰੂਪ ਵਿੱਚ। ਆਪਣੀ ਸੁੰਦਰਤਾ ਦੇ ਨਾਲ ਉਹ ਜਾਦੂਈ ਫਲਾਂ ਬਾਰੇ ਝੂਠ ਬੋਲਦਾ ਰਿਹਾ ਕਿ ਉਹ ਆਦਮ ਤੇ ਹਵਾ ਨੂੰ ਰੱਬ ਵਰਗਾ ਸੋਹਣਾ ਬਣਾ ਦੇਣਗੇ। ਇਸ ਧੋਖੇ ਵਿੱਚ ਉਹਨਾਂ ਨੇ ਆਦਮ ਤੇ ਹਵਾ ਨੂੰ ਪਾ ਕੇ ਉਹਨਾਂ ਦੀ ਜਿਹੜੀ ਸੁਤੰਤਰ ਮਰਜ਼ੀ ਸੀ, ਉਸ ਦਾ ਅਧਿਕਾਰ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤਾ ਸੀ, ਉਸਨੇ ਆਪਣੇ ਵੱਲ ਲੈ ਲਿਆ। ਸ਼ੈਤਾਨ ਅਸਲ ਵਿੱਚ ਇਸ ਚੀਜ਼ ਤੋਂ ਰਾਸ ਨਹੀਂ ਸੀ ਕਿ ਉਹਨਾਂ ਨੂੰ ਸੁਤੰਤਰ ਇੱਛਾ ਮਿਲੀ ਹੋਈ ਹੈ। ਉਸ ਨੂੰ ਜ਼ੁਬਾਨੀ ਉਹਨਾਂ ਨੂੰ ਬਦਲਣ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਸੀ, ਰੱਬ ਬਾਰੇ ਉਹਨਾਂ ਦੀ ਸੋਚ ਆਪਣੀ ਮਰਜ਼ੀ ਪੂਰੀ ਕਰਨ ਲਈ, ਤਾਂ ਕਿ ਉਸ ਦੇ ਪਾਸੇ ਵੱਲ ਹੋਣ। ਜਿਵੇਂ ਕਿ ਸ਼ੈਤਾਨ ਹਵਾ ਦੀ ਸੋਚ ਨੂੰ ਝੂਠ ਬੋਲਦਾ ਹੈ, ਪਰਮਾਤਮਾ ਦੇ ਚਰਿੱਤਰ ਨੂੰ ਪ੍ਰਸ਼ਨ ਕਰਨ ਲਈ। ਉਹ ਸੋਚਦਾ ਹੈ ਕਿ ਉਹ ਜਿੱਤ ਗਿਆ ਹੈ। ਮੁੱਢ ਤੋਂ ਹੀ ਸ਼ੈਤਾਨ ਇਨਸਾਨ ਨਾਲ ਝੂਠ ਬੋਲਦਾ ਰਿਹਾ ਹੈ ਤੇ ਉਹਨਾਂ ਨੂੰ ਪਰਮੇਸ਼ਵਰ ਦੇ ਚਰਿੱਤਰ ਬਾਰੇ ਸਵਾਲ ਪੈਦਾ ਕਰਦਾ ਹੈ। ਸ਼ੈਤਾਨ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਇੱਕ ਵਿਚਾਰ ਵੇਚਣਾ ਹੈ। ਹਿਜ਼ਕੀਏਲ 28:16 ਕਹਿੰਦਾ ਹੈ, ਤੁਹਾਡੇ ਬਹੁਤ ਸਾਰੇ ਸੌਦੇ ਕਰਕੇ ਇੱਕ ਹੋਰ ਸ਼ਬਦ ਲਈ
ਤੁਸੀਂ ਪਾਪ ਕੀਤਾ ਹੈ। ਤੁਸੀਂ ਦੇਖੋਗੇ ਲੂਸੀਫਰ ਚੀਜ਼ਾਂ ਜਾਂ ਕਿ ਸਮੱਗਰੀ ਨਹੀਂ ਵੇਚ ਰਿਹਾ, ਉਹ ਇੱਕ ਭੁਲੇਖੇ ਦੀ ਮਾਰਕੀਟਿੰਗ ਕਰ ਰਿਹਾ ਹੈ ਕਿ ਹਵਾ ਤੇ ਆਦਮ ਨੂੰ ਕਿ ਉਹ ਰੱਬ ਵਰਗੇ ਬਣ ਸਕਦੇ ਹਨ। ਉਹ ਵਿਚਾਰ ਵੇਚ ਰਿਹਾ ਸੀ ਅਤੇ ਹਵਾ ਨੇ ਆਪਣੇ ਵਿਚਾਰ ਖਰੀਦੇ। ਪੋਥੀ ਕਹਿੰਦੀ ਹੈ ਕਿ ਆਦਮ ਇਹਨਾਂ ਵਿਚਾਰਾਂ ਬਾਰੇ ਇੰਨਾ ਪੱਕਾ ਨਹੀਂ ਸੀ, ਪਰ ਉਹ ਹਵਾ ਨੂੰ ਪਿਆਰ ਕਰਨ ਬਾਰੇ ਸੱਚਮੁੱਚ ਪੱਕਾ ਸੀ ਅਤੇ ਬਦਕਿਸਮਤੀ ਨਾਲ ਉਹ ਰੱਬ ਦੀ ਬਜਾਏ ਉਸਦੇ ਮਗਰ ਹੋ ਗਿਆ। ਔਰ ਕਲਾਮ ਵਿੱਚ ਲਿਖਿਆ ਹੈ, ਜੋ ਧਰਤੀ ਨੂੰ ਇੱਕ ਖੇਤਰ ਹੇਠ ਵਜੋਂ ਦਰਸਾਉਂਦਾ ਹੈ, ਦੁਸ਼ਮਣ ਦੇ ਨਿਯੰਤਰਣ ਹੇਠ ਲੂਕਾ 4:6 ਵਿੱਚ ਪਾਇਆ ਗਿਆ ਹੈ, ਜਿੱਥੇ ਸ਼ੈਤਾਨ ਯਿਸੂ ਨੂੰ ਉਜਾੜ ਵਿੱਚ ਪਰਖ ਰਿਹਾ ਸੀ ਅਤੇ ਉਹਨੇ ਆਖਿਆ, ਮੈਂ ਸਾਰਾ ਇਖਤਿਆਰ ਤੇ ਉਹਨਾਂ ਦੀ ਪੜਕ ਤੈਨੂੰ ਦਊਂਗਾ, ਕਿਉਂਕਿ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਤੇ ਜਿਹਨੂੰ ਚਾਹੁੰਦਾ ਹਾਂ ਉਸਨੂੰ ਦੇ ਸਕਦਾ ਹਾਂ। ਬਾਈਬਲ ਦਾ ਇਹ ਪਾਰਟ ਬੈਕ ਸਟੋਰੀ ਤੋਂ ਮਿਲਦਾ ਹੈ। ਸ਼ੈਤਾਨ ਇਸ ਰੂਪ ਵਿੱਚ ਇਹ ਗੱਲ ਕਹਿ ਰਿਹਾ ਹੈ ਕਿ ਕੁਝ ਹੋਇਆ ਹੋਵੇ, ਅਤੀਤ ਵਿੱਚ ਕਿਸੇ ਨੇ ਉਸਨੂੰ ਇਹ ਅਧਿਕਾਰ ਦਿੱਤਾ ਹੋਵੇ। ਧਿਆਨ ਦਿਓ ਕਿ ਯੀਸ਼ੂ ਵਿਵਾਦ ਨਹੀਂ ਕਰਦਾ ਕਿ ਇਹ ਦੇਣਾ ਸ਼ੈਤਾਨ ਦਾ ਹੈ। ਕਿਸੇ ਵੀ ਸਮੇਂ ਯੀਸ਼ੂ ਨਹੀਂ ਕਹਿੰਦਾ, ਇੱਕ ਮਿੰਟ ਇੰਤਜ਼ਾਰ ਕਰੋ ਸ਼ੈਤਾਨ, ਧਰਤੀ ਤੁਹਾਡੀ ਨਹੀਂ ਹੈ। ਨਹੀਂ, ਯੀਸ਼ੂ ਸਮਝਦਾ ਹੈ ਕਿ ਆਦਮ ਅਤੇ ਹਵਾ ਨੇ ਪਰਮੇਸ਼ਰ ਦੁਆਰਾ ਦਿੱਤੇ ਅਧਿਕਾਰ ਨੂੰ ਸ਼ੈਤਾਨ ਨੂੰ ਦੇ ਦਿੱਤਾ ਹੈ। ਸ਼ੈਤਾਨ ਕੋਲ ਹੁਣ ਇਹ ਦਾਅਵਾ ਕਰਨ ਦਾ ਹੱਕ ਹੈ। ਇਸ ਹਵਾਲੇ ਵੇਖੋ ਜਿੱਥੇ ਯੀਸ਼ੂ ਅਤੇ ਪੌਲੁਸ ਨੇ ਦੁਸ਼ਮਣ ਦੀ ਸਥਿਤੀ ਨੂੰ ਸਵੀਕਾਰ। ਯਹੂਨਾ 12:31 ਵਿੱਚ ਯੀਸ਼ੂ ਨੇ ਕਿਹਾ, ਹਾਕਮ ਜਾਂ ਰਾਜਕੁਮਾਰ ਇਸ ਸੰਸਾਰ ਦਾ ਥੱਲੇ ਸੁੱਟ ਦਿੱਤਾ ਗਿਆ ਹੈ। ਯੀਸ਼ੂ ਇਹ ਹਵਾਲਾ ਦੇ ਰਿਹਾ ਹੈ ਕਿ ਉਹ ਇਸ ਪ੍ਰਕਿਰਿਆ ਵਿੱਚ ਦੁਸ਼ਮਣ ਸ਼ੈਤਾਨ ਤੇ ਕਾਬੂ ਪਾਉਣ ਲਈ ਉਹ ਉਸਨੂੰ ਸਿਰਲੇਖ ਨਾਲ ਬੁਲਾਉਂਦਾ ਹੈ। 2 Corinthians 4:4 ਵਿੱਚ ਪੌਲੁਸ ਰਸੂਲ ਸ਼ਾਬਦਿਕ ਸ਼ੈਤਾਨ ਨੂੰ ਬੁਲਾਇਆ ਹੈ ਕਿ ਉਹ ਇਸ ਸੰਸਾਰ ਦੇ ਸ਼ਾਸਕ, ਇਸ ਯੁੱਗ ਦਾ ਰੱਬ ਜਿਨ੍ਹਾਂ ਨੇ ਮਨਾਂ ਨੂੰ ਅੰਨਾ ਕਰ ਦਿੱਤਾ ਹੈ, ਅਵਿਸ਼ਵਾਸੀ ਸ਼ੈਤਾਨ ਇਸ ਸਮੇਂ ਇਸ ਸੰਸਾਰ ਦਾ ਰੱਬ ਹੈ। ਅਫੀਸੀਆਂ 2:2 ਵਿੱਚ ਸ਼ੈਤਾਨ ਨੂੰ ਬੁਲਾਇਆ ਗਿਆ ਹੈ ਹਵਾ ਦੀ ਸ਼ਕਤੀ ਦਾ ਰਾਜਕੁਮਾਰ। ਹੁਣ ਇਸ ਦਾ ਮਤਲਬ ਇਹ ਨਹੀਂ ਕਿ ਉਹ ਆਕਸੀਜਨ ਦੀ ਸਪਲਾਈ ਨੂੰ ਨਿਯੰਤਰਿਤ ਕਰਦਾ ਹੈ। ਇਸ ਦਾ ਅਰਥ ਹੈ ਕਿ ਉਹ ਨੈਤਿਕ ਮਾਹੌਲ ਦਾ ਰਾਜਕੁਮਾਰ ਹੈ ਜਾਂ ਇਸ ਸੰਸਾਰ ਦਾ ਸੱਭਿਆਚਾਰ। ਹੁਣ ਅਸੀਂ ਪੜਾਂਗੇ 1 ਯਹੂਨਾ 5:19। 1 ਯਹੂਨਾ 5:19 ਕਹਿੰਦਾ ਹੈ ਕਿ ਸਾਰਾ ਸੰਸਾਰ ਪ੍ਰਭਾਵ ਅਧੀਨ ਹੈ, ਭਾਵ ਪ੍ਰਗਟ ਦੁਸ਼ਟ ਦਾ। ਕੀ ਤੁਸੀਂ ਇੱਥੇ ਇੱਕ ਤਸਵੀਰ ਵੇਖ ਰਹੇ ਹੋ ਜੋ ਬਾਈਬਲ ਇੱਥੇ ਪੇਂਟ ਕਰ ਰਹੀ ਹੈ? ਸਾਡੀ ਸੰਸਕ੍ਰਿਤੀ ਅੱਜ ਦੀ ਲੋਕਪ੍ਰਿਯ ਰਾਏ ਤੋਂ ਪ੍ਰਭਾਵਿਤ ਹੈ। ਸਮਾਜਿਕ ਰੁਝਾਨ ਸਰੀਰ ਦੀਆਂ ਲਾਲਸਾਵਾਂ ਹਨ, ਅੱਖ ਦੀਆਂ ਲਾਲਸਾਵਾਂ ਅਤੇ ਜੀਵਨ ਦਾ ਹੰਕਾਰ। ਇਹ ਸ਼ੈਤਾਨ ਦੇ ਸਿਧਾਂਤ ਹਨ, ਨਾ ਕਿ ਰੱਬ ਦੇ, ਜਿਸ ਤੇ ਸਾਡਾ ਸਾਰਾ ਸੰਸਾਰ ਚੱਲਦਾ ਹੈ। ਹੁਣ ਇੱਥੇ ਵੇਖੀ ਗਈ ਜੰਗ ਬਾਰੇ ਇੱਕ ਦਿਲਚਸਪ ਸਮਝ ਹੈ। ਅਯੂਬ ਦੀ ਇੱਕ ਆਇਤ ਪੜ੍ਹਦੀ ਹੈ, ਉਸ ਦੀ ਧਰਤੀ ਵਿੱਚ ਇੱਕ ਆਦਮੀ ਸੀ ਜਿਸ ਦਾ ਨਾਮ ਅਯੂਬ ਸੀ ਅਤੇ ਉਹ ਆਦਮੀ ਨਿਰਦੋਸ਼ ਸੀ ਅਤੇ ਸਿੱਧਾ ਅਤੇ ਇੱਕ ਜਿਹੜਾ ਰੱਬ ਤੋਂ ਡਰਨ ਵਾਲਾ ਬੰਦਾ ਤੇ ਬੁਰਾਈਆਂ ਤੋਂ ਦੂਰ ਰਹਿੰਦਾ ਹੈ। ਫਿਰ ਕੁਝ ਆਇਤਾਂ ਨੂੰ ਛੱਡੋ। ਅਯੂਬ 1:6 ਕਹਿੰਦਾ ਹੈ, ਹੁਣ ਇੱਕ ਦਿਨ ਸੀ ਜਦੋਂ ਰੱਬ ਦੇ ਪੁੱਤਰ ਸਨ ਆਪਣੇ ਆਪ ਨੂੰ ਪ੍ਰਭੂ ਅੱਗੇ ਪੇਸ਼ ਕਰਨ ਆਇਆ ਅਤੇ ਸ਼ੈਤਾਨ ਵੀ ਉਹਨਾਂ ਦੇ ਵਿਚਕਾਰ ਆਇਆ। ਇਹ ਆਇਤ ਸੰਗਠਨ ਨੂੰ ਦਰਸਾਉਂਦੀ ਹੈ। ਤੁਸੀਂ ਦੇਖੋ, ਇੱਕ ਸਮਾਂ ਸੀ ਅਤੇ ਇੱਕ ਜਗ੍ਹਾ ਸੀ ਅਤੇ ਪ੍ਰਭੂ ਇੱਕ ਮੀਟਿੰਗ ਅਤੇ ਪਰਮੇਸ਼ਰ ਦੇ ਪੁੱਤਰ ਨੂੰ ਬੁਲਾਉਂਦਾ ਹੈ। ਉਹਨਾਂ ਦੇ ਇਲਾਕਿਆਂ ਤੋਂ ਯਾਤਰਾ ਕਰੋ ਜਿੱਥੇ ਉਹ ਰਹਿੰਦੇ ਹਨ। ਬ੍ਰਹਮੰਡ ਵਿੱਚ, ਅਫੀਸੀਆਂ ਵਿੱਚ ਪੌਲੁਸ ਨੇ ਪਰਮੇਸ਼ਰ ਦੇ ਪੁੱਤਰਾਂ ਨੂੰ ਰਿਆਸਤਾਂ ਅਤੇ ਅਧਿਕਾਰ, ਭਾਵ ਸ਼ਾਸਕ ਅਤੇ ਅਧਿਕਾਰੀ ਸਵਰਗੀ ਬ੍ਰਹਮੰਡ ਵਿੱਚ ਇੱਕ ਸਵਰਗੀ ਸਭਾ ਨੂੰ ਬੁਲਾਇਆ ਹੈ। ਅਯੂਬ 1:7 ਵਿੱਚ ਹੁਣ ਧਿਆਨ ਦਿਓ। ਪਰਮੇਸ਼ਵਰ ਨੇ ਸ਼ੈਤਾਨ ਨੂੰ ਕਿਹਾ, ਤੂੰ ਕਿੱਥੋਂ ਆਇਆ? ਰੱਬ ਇਹ ਨਹੀਂ ਕਹਿੰਦਾ ਤੂੰ ਇੱਥੇ ਕੀ ਕਰ ਰਿਹਾ ਹੈ। ਉਹ ਇੱਥੋਂ ਤੱਕ ਨਹੀਂ ਕਹਿੰਦਾ ਇੱਥੋਂ ਚਲਾ ਜਾ। ਰੱਬ ਸ਼ੈਤਾਨ ਨੂੰ ਉਸ ਦੀ ਮੁੱਢ ਬਾਰੇ ਪੁੱਛਦਾ ਹੈ, ਤੈਨੂੰ ਇੱਥੇ ਹੋਣ ਦਾ ਕੀ ਅਧਿਕਾਰ ਹੈ? ਤੂੰ ਕਿਸ ਦੀ ਨਾਉਮੀਦੀ ਕਰ ਰਿਹਾ ਹੈ? ਤੂੰ ਕਿੱਥੋਂ ਆ ਰਿਹਾ ਹੈ? ਇੱਥੇ ਸ਼ੈਤਾਨ ਮਾਨ ਨਾਲ ਸ਼ੇਖੇ ਮਾਰਦਾ ਕਹਿੰਦਾ ਹੈ ਧਰਤੀ ਵਿੱਚ ਅਤੇ ਇਸ ਤੋਂ ਹੇਠਾਂ ਤੁਰਨ ਤੱਕ। ਇੱਥੇ ਤੁਸੀਂ ਵੇਖ ਸਕਦੇ ਹੋ ਕਿ ਸ਼ੈਤਾਨ ਧਰਤੀ ਗ੍ਰਹਿ ਦਾ ਦਾਅਵਾ ਕਰ ਰਿਹਾ ਹੈ ਸਾਨੂੰ ਪਰਮੇਸ਼ਰ ਦੇ ਬ੍ਰਹਮੰਡ ਵਿੱਚ ਉਸਦੇ ਖੇਤਰ ਦੇ ਤੌਰ ਤੇ। ਸ਼ੈਤਾਨ ਨੇ ਇਲਜ਼ਾਮ ਲਾਇਆ, ਮੈਨੂੰ ਇਸ ਬੈਠਕ ਵਿੱਚ ਇੱਥੇ ਆਉਣ ਦਾ ਪੂਰਾ ਹੱਕ ਹੈ। ਜੇ ਇਸ ਸਾਰੇ ਦੂਸਰੇ ਸੰਸਾਰ ਦੇ ਨਿਯਮ ਸ਼ਾਮਿਲ ਹੋ ਸਕਦੇ ਹਨ, ਮੈਂ ਇੱਥੇ ਗ੍ਰਹਿ ਨੂੰ ਦਰਸਾਉਣ ਲਈ ਹੋ ਸਕਦਾ ਹਾਂ ਜੋ ਮੇਰੇ ਨਾਲ ਸੰਬੰਧਿਤ ਹੈ। ਦੇਖੋ ਕਿ ਰੱਬ 8ਵੀਂ ਆਇਤ ਵਿੱਚ ਕੀ ਜਵਾਬ ਦਿੰਦਾ ਹੈ। ਇਹ ਇਸ ਤਰ੍ਹਾਂ ਹੈ, ਵਾਹ ਸ਼ੈਤਾਨ, ਤੈਨੂੰ ਲੱਗਦਾ ਹੈ ਕਿ ਤੁਸੀਂ ਧਰਤੀ ਨੂੰ ਦਰਸਾਉਂਦਾ ਹੈ, ਪਰ ਕੀ ਤੂੰ ਮੇਰੇ ਅਯੂਬ ਨੌਕਰ ਬਾਰੇ ਸੋਚਿਆ ਹੈ? ਉਹ ਤੇਰੇ ਸੋਚਣ ਜਾਂ ਤੇਰੇ ਰਹਿਣ ਦੇ ਢੰਗ ਦੀ ਪਾਲਣਾ ਨਹੀਂ ਕਰਦਾ। ਉੱਥੇ ਵੀ ਥੋੜੇ ਸਮੇਂ ਲਈ ਰੱਬ ਵਿਵਾਦ ਸ਼ੁਰੂ ਕਰਦਾ ਹੈ। ਸ਼ੈਤਾਨ ਦੇ ਦਾਅਵੇ ਦੀ ਜਾਇਦਾਦ। ਸ਼ੈਤਾਨ ਨੇ 9ਵੀਂ ਆਇਤ ਵਿੱਚ ਸੰਵਾਦ ਨੂੰ ਵਧਾ ਦਿੱਤਾ। ਬੁਨਿਆਦੀ ਤੌਰ ਤੇ ਕਹਿ ਰਿਹਾ, ਅੱਛਾ ਅਯੂਬ ਤੁਹਾਡਾ ਸਨਮਾਨ ਕਰਦਾ ਹੈ, ਤੁਸੀਂ ਉਸ ਦੀਆਂ ਸਾਰੀ ਜ਼ਰੂਰਤਾਂ ਦਾ ਖਿਆਲ ਰੱਖ ਰਹੇ ਹੋ। ਬੇਸ਼ੱਕ ਉਹ ਤੁਹਾਡੇ ਮਗਰ ਆ ਰਿਹਾ ਹੈ ਕਿਉਂਕਿ ਤੁਸੀਂ ਉਸਨੂੰ ਖਰੀਦ ਲਿਆ ਹੈ ਤੁਹਾਡੀ ਸਾਰੀ ਅਸੀਸਾਂ ਦੇ ਨਾਲ। ਖੈਰ, ਮੈਂ ਪਿਆਰ ਕਰਦਾ ਹਾਂ ਕਿ 8ਵੀਂ ਆਇਤ ਵਿੱਚ ਰੱਬ ਇੱਕ ਮਨੁੱਖ ਵੱਲ ਇਸ਼ਾਰਾ ਕਰਦਾ ਹੈ ਅਤੇ ਕਹਿੰਦਾ ਹੈ
ਉਹ ਪਰ ਮੇਰੇ ਪਾਸੇ ਇੱਕ ਪੈਰ ਹੈ ਸੰਸਾਰ ਵਿੱਚ। ਮੇਰੇ ਕੋਲ ਕੋਈ ਹੈ ਜੋ ਮੇਰੀ ਅਤੇ ਮੇਰੇ ਸਿਧਾਂਤਾਂ ਨੂੰ ਨਾ ਉਮੀਦੀ ਕਰਦਾ ਹੈ ਅਤੇ ਧਰਤੀ ਉੱਤੇ ਮੇਰਾ ਰਾਜ ਸ਼ੈਤਾਨ। ਅਸੀਂ ਹਾਰ ਨਹੀਂ ਮੰਨ ਰਹੇ। ਦੇਵਵਾਦ ਉੱਤੇ ਅਸੀਂ ਦੁਨੀਆ ਨਹੀਂ ਦੇ ਰਹੇ, ਤੁਹਾਡੇ ਤੇ ਨਹੀਂ। ਮੇਰੇ ਕੋਲ ਅਜੇ ਵੀ ਕੁਝ ਵਫਾਦਾਰ ਲੋਕ ਹਨ ਦੁਨੀਆ ਵਿੱਚ ਜੋ ਪੂਰੀ ਤਰ੍ਹਾਂ ਮੇਰਾ ਅਨੁਸਰਨ ਕਰਨ ਦੀ ਚੋਣ ਕਰਦੇ ਹਨ ਅਤੇ ਅਯੂਬ ਉਹਨਾਂ ਵਿੱਚੋਂ ਇੱਕ ਹੈ। ਅਯੂਬ ਮੇਰਾ ਆਦਮੀ ਹੈ। ਇਸ ਲਈ ਅਯੂਬ 1:10 ਵਿੱਚ ਸ਼ੈਤਾਨ ਨੇ ਦੋਸ਼ ਲਗਾਇਆ। ਪਰ ਕੀ ਤੁਸੀਂ ਉਸਦੇ ਘਰ ਦੁਆਲੇ ਬਚਾਅ ਘੇਰਾ ਨਹੀਂ ਲਾਇਆ ਹੋਇਆ? ਅਯੂਬ ਅਤੇ ਉਸਦੇ ਘਰ ਦੇ ਦੁਆਲੇ ਤੇ ਉਸਦੇ ਸਭ ਕੁਝ ਜੋ ਉਸਦੇ ਕੋਲ ਹੈ, ਤੋ ਉਸਦੇ ਹੱਥਾਂ ਦੇ ਕੰਮ ਨੂੰ ਅਸੀਸ ਦਿੱਤੀ ਹੈ ਤਾਂ ਜੋ ਉਸਦੇ ਇੱਜੜ ਤੇ ਇੱਜੜ ਸਾਰੇ ਦੇਸ਼ ਵਿੱਚ ਫੈਲੇ ਹੋਏ ਹਨ। ਹੁਣ ਅਯੂਬ ਦੇ ਦੁਆਲੇ ਇਸ ਹੇਜ ਦਾ ਕੀ ਅਰਥ ਹੈ ਕਿ ਇਹ ਬਾਗ ਸੀ ਜਾਂ ਝਾੜੀਆਂ ਦਾ ਝੁੰਡ? ਨਹੀਂ। ਇਸ ਦਾ ਜਵਾਬ ਜ਼ਬੂਰ 34:7 ਵਿੱਚ ਹੈ। ਮੇਰਾ ਇੱਕ ਮਨਪਸੰਦ ਪਾਠ ਜਿੱਥੇ ਉਹ ਕਹਿੰਦਾ ਹੈ, ਪ੍ਰਭੂ ਦਾ ਦੂਤ ਡੇਰਾ ਲਾਉਂਦਾ ਹੈ ਉਹਨਾਂ ਦੁਆਲੇ ਜਿਹੜਾ ਉਹਨਾਂ ਤੋਂ ਡਰਦੇ ਹਨ ਜਾਂ ਸਤਿਕਾਰ ਕਰਦੇ ਹਨ ਅਤੇ ਉਹ ਉਹਨਾਂ ਨੂੰ ਬਚਾਉਂਦਾ ਹੈ। ਇਹ ਘੇਰਾ ਰੱਬ ਦੀ ਦੂਤਾਂ ਦੀ ਰੱਖਿਆ ਦਾ ਹੈ ਜਿਹੜਾ ਉਹਨੇ ਵਫਾਦਾਰ ਪੈਰੋਕਾਰਾਂ ਦੇ ਦੁਆਲੇ ਰੱਖਿਆ ਹੈ। ਸ਼ੈਤਾਨ ਰੱਬ ਨੂੰ ਕਹਿੰਦਾ ਹੈ ਕਿ ਉਹ ਇਸ ਘੇਰੇ ਨੂੰ ਹਟਾਵੇ ਤੇ ਉਹ ਅਯੂਬ ਕੋਲ ਜਾਵੇਗਾ ਤੇ ਫਿਰ ਉਹ ਤੁਹਾਡੀ ਸੇਵਾ ਨਹੀਂ ਕਰੇਗਾ। ਤਾਂ ਫਿਰ ਅਯੂਬ ਕੋਲ ਇਹ ਸੁਰੱਖਿਆ ਚੱਕਰ ਕਿਉਂ ਸੀ? ਸਰਪ੍ਰਸਤ ਦੂਤ ਦੇ ਨੌਕਰੀ ਨੂੰ ਰਾਜ ਪਤਾ ਸੀ। ਦੋਸਤੋ, ਆਦਮੀ ਨੂੰ ਪੁੱਛਣ ਦੀ ਕੀ ਜ਼ਰੂਰਤ ਹੈ ਕਿ ਰੱਬ ਦੀ ਰੱਖਿਆ ਲਈ ਤਾਂ ਕਿ ਰੱਬ ਬਚਾ ਸਕੇ। ਇਹ ਬ੍ਰਹਮੰਡ ਦਰਮਿਆਨ ਇੱਕ ਸਹਿਯੋਗੀ ਯਤਨ ਹੈ ਅਤੇ ਮਨੁੱਖ ਪ੍ਰਾਰਥਨਾ ਨੂੰ ਯੁੱਧ ਦਾ ਕੰਮ ਮੰਨਦੇ ਹਨ। ਤੁਸੀਂ ਆਪਣੀਆਂ ਫੌਜਾਂ ਨੂੰ ਬੁਲਾ ਰਹੇ ਹੋ। ਇਹ ਬ੍ਰਹਮੰਡ ਵਿੱਚ ਰੁਝਵੇਂ ਦੇ ਕਈ ਨਿਯਮ ਹਨ ਕਿ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਇਸ ਨੂੰ ਪ੍ਰਾਪਤ ਕਰਨ ਲਈ ਸੁਰੱਖਿਆ ਦੀ ਮੰਗ ਕਰਨੀ ਚਾਹੀਦੀ ਹੈ। ਅਯੂਬ ਦੀ 1:11 ਵਿੱਚ ਸ਼ੈਤਾਨ ਰੱਬ ਨੂੰ ਤਾਨੇ ਮਾਰਦਾ ਹੈ, ਵੇਖੋ ਅਤੇ ਵੇਖੋ ਅਯੂਬ ਤੁਹਾਡੇ ਚਿਹਰੇ ਤੇ ਤੁਹਾਨੂੰ ਸ਼ਰਾਪ ਦੇਵੇਗਾ। ਹੁਣ ਇਸ ਗੰਭੀਰ ਤੱਥ ਤੇ ਵਿਚਾਰ ਕਰੋ, ਜੇ ਅਯੂਬ ਨੇ ਰੱਬ ਨੂੰ ਸ਼ਰਾਪ ਦਿੱਤਾ, ਰੱਬ ਉਸ ਦੀ ਰੱਖਿਆ ਨਹੀਂ ਕਰ ਸਕਦਾ ਸੀ। ਇਹ ਫਿਰ ਅਯੂਬ ਨੂੰ ਸ਼ੈਤਾਨ ਦੇ ਖੇਤਰ ਵਿੱਚ ਰੱਖ ਦੇਵੇਗਾ। ਪਰ ਅਯੂਬ ਕਹਿੰਦਾ ਰਿਹਾ, ਮੁਬਾਰਕ ਹੋਵੇ ਪ੍ਰਭੂ ਦਾ ਨਾਮ, ਅਤੇ ਰੱਬ ਦਾ ਆਦਮੀ ਉਹ ਰਹਿੰਦਾ ਰਿਹਾ। ਅਜਿਹੀਆਂ ਲੜਾਈਆਂ ਅਕਸਰ ਹੁੰਦੀਆਂ ਹਨ। ਸ਼ੈਤਾਨ ਲੋਕਾਂ ਨੂੰ ਸਤਾਉਂਦਾ ਹੈ। ਜੇ ਲੋਕ ਸਿਰਫ ਇਹ ਮਹਿਸੂਸ ਕਰਦੇ ਹਨ ਕਿ ਇਹ ਰੱਬ ਦੀ ਹਜ਼ੂਰੀ ਨੂੰ ਹਟਾ ਦਿੰਦਾ ਹੈ ਉਹਨਾਂ ਤੋਂ ਦੂਰ, ਸ਼ੈਤਾਨ ਦੇ ਵਿਰੁੱਧ ਇੱਕ ਪਾਪੀ ਦਾ ਇੱਕੋ ਇੱਕ ਉਪਾਅ ਪ੍ਰਾਰਥਨਾ ਹੈ। ਪ੍ਰਾਰਥਨਾ ਲੜਾਈ ਦਾ ਕੰਮ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਪ੍ਰਾਰਥਨਾ ਕਰਨਾ ਭੁੱਲ ਜਾਂਦੇ ਹਨ ਤੇ ਉਹ ਸ਼ੈਤਾਨ ਨੂੰ ਫਾਇਦਾ ਦਿੰਦੇ ਹਨ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ। ਸੁਣੋ, ਸਾਡੇ ਕੋਲ ਕੁਝ ਦਿਲਚਸਪ ਖਬਰਾਂ ਹਨ। ਉਤਪਤ 3 ਉਸਦੇ 15 ਅਧਿਆਇ ਵਿੱਚ ਸਾਨੂੰ ਇੱਕ ਭਵਿੱਖਬਾਣੀ ਦਿੱਤੀ ਗਈ ਹੈ। ਇੱਕ ਭਵਿੱਖਬਾਣੀ ਰੱਬ ਕਿ ਸਾਨੂੰ ਬਾਹਰ ਦਾ ਰਸਤਾ ਦਿੰਦਾ ਹੈ। ਉਹ ਇੱਕ ਮੁਕਤੀਦਾਤਾ ਦੀ ਭਵਿੱਖਬਾਣੀ ਕਰਦਾ ਹੈ। ਸਾਡੇ ਕੋਲ ਇੱਕ ਯੋਧਾ ਸਾਡੇ ਨਾਲ ਵਾਅਦਾ ਕਰਦਾ ਹੈ। ਰੱਬ ਸ਼ੈਤਾਨ ਨਾਲ ਆਦਮ ਅਤੇ ਹਵਾ ਦੀ ਸੁਣਵਾਈ ਵਿੱਚ ਬੋਲ ਰਿਹਾ ਹੈ ਅਤੇ ਉਹ ਕਹਿੰਦਾ ਹੈ, ਮੈਂ ਵੈਰ ਰੱਖਾਂਗਾ, ਭਾਵ ਦੁਸ਼ਮਣੀ ਜਾਂ ਨਫ਼ਰਤ ਤੁਹਾਡੇ ਵਿਚਕਾਰ, ਸ਼ੈਤਾਨ ਅਤੇ ਰੱਬ ਦੇ ਵਿਚਕਾਰ, ਤੁਹਾਡੇ ਬੀਜ ਅਤੇ ਉਸ ਦੇ ਵਿਚਕਾਰ, ਅਤੇ ਉਹ ਤੁਹਾਡੇ ਸਿਰ ਨੂੰ ਕੁਚਲ ਦੇਵੇਗਾ ਤੇ ਤੁਸੀਂ ਕੇਵਲ ਉਹੀ ਹੋਵੋਗੇ, ਉਸ ਦੀ ਅੱਡੀ ਨੂੰ ਕੁਚਲੋਗੇ। ਇਸ ਲਿਖਤ ਵਿੱਚ ਰੱਬ ਔਰਤ ਨੂੰ ਛੁਟਕਾਰਾ ਦੇ ਰਿਹਾ ਹੈ ਜੋ ਬਾਅਦ ਵਿੱਚ ਆਪਾਂ ਪੋਥੀ ਵਿੱਚ ਅਸੀਂ ਚਰਚ ਦੇ ਪ੍ਰਤੀਕ ਵਜੋਂ ਵੇਖਾਂਗੇ। ਪਰ ਰੱਬ ਸ਼ੈਤਾਨ ਨੂੰ ਸਿਰ ਦੇ ਦਿੰਦਾ ਹੈ। ਸੁਣੋ, ਤੁਸੀਂ ਹੁਣੇ ਧਰਤੀ ਨੂੰ ਆਦਮ ਅਤੇ ਹਵਾ ਤੋਂ ਲਿਆ ਹੈ, ਪਰ ਮੈਂ ਕਿਸੇ ਨੂੰ ਕਿਸੇ ਤਰ੍ਹਾਂ ਵੀ ਰਾਹੀਂ ਭੇਜਣ ਜਾ ਰਿਹਾ ਹਾਂ ਇੱਕ ਬੱਚਾ ਪੈਦਾ ਕਰਨ ਲਈ, ਅਤੇ ਜਦੋਂ ਉਹ ਬੱਚਾ ਪੈਦਾ ਹੁੰਦਾ ਹੈ ਉਹ ਇੱਕ ਯੋਧਾ ਬਣਨ ਜਾ ਰਿਹਾ ਹੈ। ਉਹ ਤੁਹਾਨੂੰ ਸ਼ਾਮਿਲ ਕਰਨ ਜਾ ਰਿਹਾ ਹੈ ਅਤੇ ਉਹ ਤੁਹਾਡੇ ਸਿਰ ਨੂੰ ਕੁਚਲਣ ਜਾ ਰਿਹਾ ਹੈ ਸ਼ੈਤਾਨ, ਅਤੇ ਤੂੰ ਕੇਵਲ ਉਸ ਨੂੰ ਜ਼ਖਮੀ ਕਰੇਗਾ। ਬੇਸ਼ੱਕ ਸ਼ੈਤਾਨ ਇਸ ਭਵਿੱਖਬਾਣੀ ਦਾ ਵਿਰੋਧ ਕਰਨ ਜਾ ਰਿਹਾ ਹੈ। ਇਹ ਭਵਿੱਖਬਾਣੀ ਤੁਸੀਂ ਕਲਪਨਾ ਕਰ ਸਕਦੇ ਹੋ ਕੀ ਹੋ ਜਾ ਰਿਹਾ ਹੈ। ਉਸ ਦੀ ਗਰਦਨ ਦੇ ਪਿਛਲੇ ਪਾਸੇ ਖੜੇ ਹੋਣਾ ਤੇ ਉਹ ਕਿਹਾ ਜਾ ਰਿਹਾ ਹੈ, ਕਹਿਣਾ ਸ਼ੁਰੂ ਕਰਦਾ ਹੈ, ਸੱਚਮੁੱਚ ਖੇਡ ਜਾਰੀ ਹੈ। ਕਿਉਂਕਿ ਯਾਦ ਰੱਖੋ, ਸ਼ੈਤਾਨ ਪਹਿਲਾਂ ਹੀ ਤੀਸਰਾ ਜਿੱਤ ਗਿਆ ਸੀ। ਸਵਰਗ ਵਿੱਚ ਦੂਤਾਂ ਵਿੱਚੋਂ ਉਸਨੇ ਹੁਣੇ ਹੀ ਆਦਮ ਅਤੇ ਹਵਾ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਹਨਾਂ ਨੇ ਉਸਦੇ ਝੂਠਾਂ ਤੇ ਵਿਸ਼ਵਾਸ ਕੀਤਾ ਤਾਂ ਜੋ ਰੱਬ ਨੂੰ ਚੁਣੌਤੀ ਦੇਵੇ। ਇਸ ਵਿਵਾਦ ਨੂੰ ਉਤਪਤ 3 ਵਿੱਚ ਇੱਕ ਲੜਾਈ ਲੜੀ ਗਈ। ਸ਼ੈਤਾਨ ਜ਼ਰੂਰ ਆਪਣੀ ਚੰਗਾਈਆਂ ਬਾਰੇ ਬਹੁਤ ਚੰਗਾ ਮਹਿਸੂਸ ਕਰ ਰਿਹਾ ਹੋਵੇਗਾ, ਪਰ ਸ਼ੈਤਾਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਸਦੇ ਰਾਹ ਵਿੱਚ ਕੀ ਆ ਰਿਹਾ ਹੈ। ਉਹ ਆਸ ਕਰ ਰਿਹਾ ਸੀ ਕਿ ਤਾਕਤ ਦੀ ਲੜਾਈ ਹੋਵੇਗੀ, ਪਰ ਜਿਸ ਤਰੀਕੇ ਨਾਲ ਪਰਮੇਸ਼ਵਰ ਨੇ ਯੁੱਧ ਨੂੰ ਜਿੱਤਾ ਉਹ ਬਿਲਕੁਲ ਹੀ ਅਚਾਨਕ ਸੀ। ਸ਼ੈਤਾਨ ਨੂੰ ਇਹ ਜਾਣਨ ਦਾ ਕੋਈ ਤਰੀਕਾ ਹੀ ਨਹੀਂ ਸੀ ਕਿ ਹੋਣ ਵਾਲਾ ਕੀ ਹੈ। ਸ਼ੈਤਾਨ ਨੂੰ ਦੱਸਿਆ ਜਾਂਦਾ ਹੈ ਕਿ ਕੋਈ ਉਸਦੇ ਸਿਰ ਨੂੰ ਕੁਚਲਣ ਜਾ ਰਿਹਾ ਹੈ, ਜੋ ਪ੍ਰਭੂ ਨਹੀਂ ਕਹਿੰਦਾ ਹੈ ਕਿ ਉਹ ਮੈਂ ਕੀ ਹੋਵਾਂਗਾ। ਪਰਮਾਤਮਾ ਆਪ ਮਨੁੱਖ ਬਣ ਕੇ ਆਇਆ। ਹਰ ਇੱਕ ਰੂਹ ਦੇ ਲਈ ਚੰਗੇ ਅਤੇ ਬੁਰਾਈਆਂ ਵਿਚਕਾਰ ਲੜਾਈ ਹੁੰਦੀ ਹੈ। ਇਸ ਦਾ ਅਰਥ ਹੈ ਤੁਸੀਂ ਅਤੇ ਮੈਂ, ਅਤੇ ਅਸੀਂ ਕੀ ਚਾਹੁੰਦੇ ਹਾਂ, ਇਸ ਨੂੰ ਮੰਨਣਾ ਜਾਂ ਨਹੀਂ ਮੰਨਣਾ। ਦੋਸਤੋ, ਸਾਨੂੰ ਆਪਣੇ ਦਿਮਾਗ ਵਿੱਚ ਸਥਾਪਿਤ ਕਰਨਾ ਚਾਹੀਦਾ ਹੈ ਕਿ ਬਾਈਬਲ ਸਹੀ ਹੈ ਅਤੇ ਕਿ ਅਸੀਂ ਇਸ ਦੇ ਭਰੋਸਾ ਕਰ ਸਕਦੇ ਹਾਂ ਤੇ ਵਿਸ਼ਵਾਸ ਕਰ ਸਕਦੇ ਹਾਂ। ਬਾਈਬਲ ਵਿੱਚ ਇੱਕ ਮਹੱਤਵਪੂਰਨ
ਕੁੰਜੀ ਕਹਾਣੀ ਹੈ ਦਾਨੀਅਲ ਦੇ 2 ਅਧਿਆਇ ਵਿੱਚ ਜੋ ਕਿ ਪਾਈ ਜਾਂਦੀ ਹੈ। ਜਿੱਥੇ ਰਾਜਾ ਨਬੂਕਦਨੇਜ਼ਰ ਦਾ ਇੱਕ ਸੁਪਨਾ ਹੈ, ਇੱਥੇ ਦਾਨੀਅਲ ਦੀ ਕਿਤਾਬ ਵਿੱਚ ਪਰਮੇਸ਼ਵਰ ਸਾਨੂੰ ਦਿੰਦਾ ਹੈ ਮਨੁੱਖਤਾ ਨੂੰ ਸਾਮਰਥ ਦਰਸਾਉਣ ਲਈ ਅੰਦਰੂਨੀ ਦ੍ਰਿਸ਼ ਧਰਤੀ ਦੇ ਪ੍ਰਦੇਸ਼ਾਂ ਜਾਂ ਰਾਜਾ ਦਾ। ਤਾਂ ਕੋਈ ਪ੍ਰਸ਼ਨ ਨਾ ਹੋਵੇ ਕਿ ਰੱਬ ਕੌਣ ਹੈ, ਕਿਉਂਕਿ ਉਹ ਮੁੱਢ ਤੋਂ ਲੈ ਕੇ ਅੰਤ ਤੱਕ ਐਲਾਨ ਕਰਦਾ ਹੈ। ਵੇਖੋ ਯਸ਼ਾਇਆ 48 ਵਿੱਚ ਪਰਮੇਸ਼ਵਰ ਆਪਣੇ ਬਾਰੇ ਕੀ ਕਹਿੰਦਾ ਹੈ, ਆਇਤ 9 ਤੋਂ 10। ਮੈਂ ਰੱਬ ਹਾਂ, ਮੇਰੇ ਵਰਗਾ ਕੋਈ ਨਹੀਂ। ਅੰਤ ਐਲਾਨ ਕਰ ਰਿਹਾ ਹੈ, ਮੈਂ ਮੁੱਢ ਤੋਂ ਤੇ ਪੁਰਾਣੇ ਸਮੇਂ ਤੋਂ ਉਹ ਚੀਜ਼ਾਂ ਜੋ ਅਜੇ ਤੱਕ ਨਹੀਂ ਕੀਤੀਆਂ ਗਈਆਂ। ਵਾਹ, ਰੱਬ ਦਾ ਵਾਅਦਾ ਹੈ ਕਿ ਉਹ ਤੁਹਾਨੂੰ ਸਮੇਂ ਤੋਂ ਪਹਿਲਾਂ ਦੱਸ ਦੇਵੇਗਾ। ਸ਼ੁਰੂ ਤੋਂ ਲੈ ਕੇ ਅੰਤ ਦੇ ਸਮੇਂ ਤੱਕ ਕੀ ਹੋਵੇਗਾ ਅਨੁਮਾਨ ਲਗਾਉਣ ਦੀ ਜ਼ਰੂਰਤ ਨਹੀਂ ਹੈ। ਤਾਂ ਡੈਨੀਅਲ 2 ਮਾਇਨੇ ਕਿਉਂ ਰੱਖਦਾ ਹੈ? ਖੈਰ, ਹਾਲਾਂਕਿ ਦਾਨੀਅਲ ਦੀ ਕਿਤਾਬ ਲਿਖੀ ਗਈ ਸੀ ਹਜ਼ਾਰਾਂ ਸਾਲ ਪਹਿਲਾਂ, ਇਹ ਮਹੱਤਵਪੂਰਨ ਜਾਣਕਾਰੀ ਨਾਲ ਭਰਪੂਰ ਹੈ ਅੱਜ ਦੀ ਦੁਨੀਆ ਲਈ। ਦਾਨੀਅਲ ਨਬੀ ਨੂੰ ਪਰਮੇਸ਼ਵਰ ਵੱਲੋਂ ਸ਼ਬਦ ਮਿਲੇ ਸਨ, ਉਹਨਾਂ ਰਾਜਾ ਬਾਰੇ ਜੋ ਦੁਨੀਆ ਦੇ ਇਤਿਹਾਸ ਨੂੰ ਆਕਾਰ ਦਿੰਦੇ ਹਨ। ਇੱਕ ਛੋਟੀ ਭਵਿੱਖਬਾਣੀ ਸਾਡੀ ਮਦਦ ਕਰਨ ਲਈ ਬੁਨਿਆਦੀ ਹੈ। ਦਾਨੀਅਲ ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਹੋਰ ਗੁੰਝਲਦਾਰ ਭਵਿੱਖਬਾਣੀ ਨੂੰ ਤਾਲਾ, ਜੋ ਕਿ ਵਿਚਕਾਰ ਇਸ ਮਹਾਨ ਵਿਵਾਦ ਬਾਰੇ ਚਰਚਾ, ਭਲਾਈ ਦੀਆਂ ਸ਼ਕਤੀਆਂ ਅਤੇ ਬੁਰਾਈ ਦੀਆਂ ਤਾਕਤਾਂ। ਇਸ ਲਈ ਆਓ ਅਸੀਂ ਸਮੇਂ ਤੋਂ ਪਹਿਲਾਂ ਈਸਾ ਤੋਂ 600 ਸਾਲ ਪਹਿਲਾਂ ਸਭ ਤੋਂ ਮਹਾਨ ਸ਼ਹਿਰ ਜੋ ਕਦੇ ਧਰਤੀ ਉੱਤੇ ਹੋਂਦ ਵਿੱਚ ਬਾਬੇਲ, ਆਓ ਇੱਕ ਪ੍ਰਾਚੀਨ ਰਾਜਾ ਦੇ ਮਹਿਲ ਵਿੱਚ ਆਪਣਾ ਰਸਤਾ ਬਣਾਈਏ। ਚਮਕਦੇ ਸੋਨੇ ਦੀ ਬਣੀ ਇਸ ਰਾਤ ਦਾ ਹੈ ਅਤੇ ਸਾਨੂੰ ਰਾਜਾ ਨਬੂਕਦਨੇਜ਼ਰ ਕਰਦੇ ਤੇ ਮੋੜਦੇ ਵੇਖਿਆ। ਉਸ ਦੇ ਸ਼ਾਹੀ ਬਿਸਤਰੇ ਵਿੱਚ ਮਹਾਨ ਰਾਜਾ ਬੈਠਾ ਹੈ। ਇੱਕ ਤੀਬਰ ਸੁਪਨਾ ਉਸਨੇ ਦੇਖਿਆ। ਅਚਾਨਕ ਉਹ ਜਾਗਿਆ ਅਤੇ ਉਹ ਬਹੁਤ ਪਰੇਸ਼ਾਨ ਹੋਇਆ, ਭਾਵੇਂ ਇਹ ਕੁਝ ਪਲਾਂ ਪਹਿਲਾਂ ਹੀ ਸੀ। ਉਸ ਸੁਪਨੇ ਨੂੰ ਯਾਦ ਨਹੀਂ ਕਰ ਸਕਦਾ ਸੀ। ਉਹ ਜਾਣਦਾ ਸੀ ਕਿ ਇਹ ਅਸਾਧਾਰਨ ਹੈ। ਦਰਅਸਲ ਇਹ ਇੱਕ ਭਵਿੱਖਬਾਣੀ ਸੁਪਨਾ ਸੀ ਜੋ ਰੱਬ ਦੁਆਰਾ ਉਸਨੂੰ ਦਿੱਤਾ ਗਿਆ ਸੀ। ਅਗਲੇ ਕਈ ਹਜ਼ਾਰ ਸਾਲਾਂ ਦਾ ਇਤਿਹਾਸ ਦੀ ਰੂਪਰੇਖਾ। ਦਾਨੀਅਲ 2 ਆਇਤ ਵਿੱਚ ਕਹਿੰਦਾ ਹੈ, ਹੁਣ ਦੂਜੇ ਸਾਲ ਵਿੱਚ ਨਬੂਕਦਨੇਜ਼ਰ ਦੇ ਰਾਜ ਵਿੱਚ ਨਬੂਕਦਨੇਜ਼ਰ ਦੇ ਸੁਪਨਾ ਅਤੇ ਉਸਦੀ ਆਤਮਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਹਨ ਕਿ ਉਸਨੂੰ ਨੀਂਦ ਛੱਡ ਗਈ। ਤੁਸੀਂ ਦੇਖੋ, ਰਾਜਾ ਗੁੱਸੇ ਵਿੱਚ ਸੀ ਤੇ ਬਹੁਤ ਹੀ ਪਰੇਸ਼ਾਨ ਸੀ। ਉਸਨੇ ਆਪਣੇ ਸੂਝਵਾਨ ਬੰਦਿਆਂ, ਜਾਦੂਗਰਾਂ ਤੇ ਜੋਤਿਸ਼ਾਂ ਨੂੰ ਬੁਲਾਇਆ ਅਤੇ ਜਾਦੂਗਰ ਤੇ ਕਸੀਦਨ ਉਸਦੇ ਸ਼ਾਹੀ ਮਹਿਲ ਨੂੰ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿੰਨਾ ਮੁੱਢਲਾ ਹੈ, ਇਹ ਇੱਕ ਆਦਮੀ ਹੈ, ਉਸਨੇ ਇੱਕ ਸੁਪਨਾ ਵੇਖਿਆ ਤੇ ਉਹ ਜਾਦੂਗਰਾਂ ਨੂੰ ਸਮਨ ਕਰਦਾ ਹੈ। ਇਹ ਗੱਲ ਪੁਰਾਣੇ ਦਿਨਾਂ ਵਿੱਚ ਰਾਜਾਂ 'ਚ ਕੀਤੀ ਜਾਂਦੀ ਸੀ। ਉਹ ਸਮਝਦਾਰ ਅੰਦਰੂਨੀ ਮੰਨੇ ਜਾਂਦੇ ਸਨ। ਇਹਨਾਂ ਸ਼ੈਲੀਆਂ ਵਿੱਚੋਂ ਹਰ ਇੱਕ ਦਾ ਇੱਕ ਖਾਸ ਕਾਰਜ ਹੁੰਦਾ ਸੀ। ਜਾਦੂਗਰ ਸਹਿਜ ਸੁੱਟ ਦਿੰਦਾ ਅਤੇ ਪੜ੍ਹਦਾ ਸੀ। ਜਾਦੂਗਰ ਜਾਂ ਜੋਤਸ਼ੀ ਇੱਕ ਬਹੁਤ ਡੂੰਘਾ ਜਾਦੂਗਰ ਸੀ। ਜਾਦੂਗਰੀ ਸੰਚਾਰ ਦੀ ਉਹ ਵਰਤੋਂ ਕਰਨਾ ਜਾਣਦਾ ਸੀ ਚੀਜ਼ਾਂ ਲੱਭਣ ਲਈ। ਜੋਤਸ਼ੀ ਤਾਰਿਆਂ ਵੱਲ ਵੇਖਦੇ ਸਨ ਤੇ ਉਹ ਦੱਸਦੇ ਸਨ ਉਹ ਕੀ ਕਰਨਾ ਹੈ, ਕਿ ਅਸਲ ਵਿੱਚ ਇੱਕ ਪ੍ਰਾਚੀਨ ਰਿਵਾਜ ਸੀ ਤੇ ਇਹ ਜ਼ਿੰਦਾ ਹੈ ਤੇ ਅੱਜ ਇਹ ਚੰਗਾ ਹੈ। ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅੱਜ ਵੀ ਇਸ ਪ੍ਰਣਾਲੀ ਦੀ ਵਰਤੋਂ ਕਰਦੇ ਹਨ? ਹਾਂ, ਉਹ ਕਰਦੇ ਹਨ। ਰਾਜਾ ਨਬੂਕਦਨੇਜ਼ਰ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ, ਮੈਨੂੰ ਦੱਸੋ ਕਿ ਮੈਂ ਕੱਲ ਰਾਤ ਕੀ ਸੁਪਨਾ ਲਿਆ ਅਤੇ ਮੈਨੂੰ ਦੱਸੋ ਇਸ ਦੀ ਕੀ ਮਹੱਤਤਾ ਹੈ। ਮੈਂ ਜਾਣਦਾ ਹਾਂ ਕਿ ਇਹ ਬਹੁਤ ਮਹੱਤਵਪੂਰਨ ਸੀ, ਪਰ ਮੈਨੂੰ ਯਾਦ ਨਹੀਂ ਹੈ ਮੇਰੇ ਸੁਪਨੇ ਦਾ ਕੀ ਅਰਥ ਹੈ। ਬੁੱਧੀਮਾਨ ਆਦਮੀ ਨੇ ਜਵਾਬ ਦਿੱਤਾ ਦਾਨੀਅਲ 2 ਦੀ 4 ਆਇਤ ਵਿੱਚ, ਹੇ ਰਾਜਾ ਸਦਾ ਜੀਓ, ਆਪਣੇ ਸੇਵਕਾਂ ਨੂੰ ਸੁਪਨਾ ਦੱਸੋ ਅਤੇ ਫਿਰ ਅਸੀਂ ਉਸਦੀ ਵਿਆਖਿਆ ਕਰਾਂਗੇ। ਹੱਸਦੇ ਹੋਏ ਰਾਜਾ ਪਰੇਸ਼ਾਨ ਸੀ। ਉਹ ਕਹਿੰਦਾ ਹੈ, ਮੈਨੂੰ ਨਹੀਂ ਪਤਾ ਮੈਂ ਕੀ ਸੁਪਨਾ ਵੇਖਿਆ। ਰੱਬ ਨੇ ਇਸ ਨੂੰ ਆਪਣੇ ਮਨ ਵਿੱਚ ਲੁਕੋ ਕੇ ਲਿਆ ਹੈ। ਇਸ ਲਈ ਦਾਨੀਅਲ 2 ਅਧਿਆਇ ਆਇਤ 9 ਵਿੱਚ ਰਾਜਾ ਜ਼ਿੱਦ ਕਰਦਾ ਹੈ, ਇਸ ਲਈ ਮੈਨੂੰ ਸੁਪਨਾ ਵੀ ਦੱਸੋ ਅਤੇ ਫਿਰ ਮੈਂ ਜਾਣਾਂਗਾ ਕਿ ਤੁਸੀਂ ਮੈਨੂੰ ਇਸ ਦੀ ਵਿਆਖਿਆ ਕਿਵੇਂ ਕਰ ਸਕਦੇ ਹੋ। ਦੂਜੇ ਸ਼ਬਦਾਂ ਵਿੱਚ ਦਿਖਾਵਾ ਨਾ ਕਰੋ ਕਿ ਤੁਸੀਂ ਜਾਣਦੇ ਹੋ ਜੋ ਤੁਸੀਂ ਸੱਚਮੁੱਚ ਨਹੀਂ ਜਾਣਦੇ। ਤੁਹਾਨੂੰ ਭਵਿੱਖ ਵਿੱਚ ਦੇਖਣ ਦੇ ਯੋਗ ਹੋਣਾ ਚਾਹੀਦਾ ਹੈ। ਹੁਣ ਮੈਨੂੰ ਇਹ ਸਾਬਤ ਕਰੋ, ਮੈਨੂੰ ਦੱਸੋ ਕਿ ਮੈਂ ਸੁਪਨਾ ਕੀ ਵੇਖਿਆ। ਇਸ ਲਈ ਦਾਨੀਅਲ 2 ਉਸਦੀ ਆਇਤ 10 ਵਿੱਚ ਕਸੀਦਨ, ਜੋ ਇਸ ਸੂਚਿਤ ਸਮੂਹ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਦੇ ਸਨ, ਦਿਨ ਦੇ ਬੁੱਧੀਜੀਵੀ ਠੀਕ ਹਨ, ਉਹਨਾਂ ਨੇ ਵਿਰੋਧ ਕੀਤਾ ਅਤੇ ਕਿਹਾ, ਧਰਤੀ ਉੱਤੇ ਕੋਈ ਵੀ ਅਜਿਹਾ ਆਦਮੀ ਨਹੀਂ ਜੋ ਰਾਜੇ ਦਾ ਮਾਮਲਾ ਦੱਸ ਸਕਦਾ ਹੈ ਕਿ ਇਹ ਸੱਚ ਸੀ। ਧਰਤੀ ਉੱਤੇ ਕੋਈ ਵੀ ਅਜਿਹਾ ਨਹੀਂ ਕਰ ਸਕਦਾ। ਰਾਜੇ ਨੇ ਕੀ ਕਿਹਾ? ਰੱਬ ਨੇ ਇਸ ਸੁਪਨੇ ਨੂੰ ਰਾਜਾ ਦੇ ਦਿਮਾਗ ਤੋਂ ਹਟਾ ਦਿੱਤਾ ਤਾਂ ਜੋ ਇਸ ਸਾਰੇ ਜਾਲੀ ਮੁਖਬਰਾਂ ਨੂੰ ਬੇਨਕਾਬ ਕਰੇ। ਸਿਰਫ ਸਵਰਗ ਦਾ ਪਰਮੇਸ਼ਰ ਹੀ ਪ੍ਰਗਟ ਕਰ ਸਕਦਾ ਸੀ ਕਿ ਰਾਜੇ ਨੇ ਸੁਪਨੇ ਵਿੱਚ ਕੀ ਵੇਖਿਆ। ਕੇਵਲ ਸਵਰਗ ਦਾ ਰੱਬ ਹੈ ਜੋ ਇਸ ਭਵਿੱਖ ਨੂੰ ਸਹੀ ਤਰ੍ਹਾਂ ਦਰਸਾ ਸਕਦਾ ਹੈ। ਰਾਜੇ ਨੇ ਸਾਰੇ ਬੁੱਧੀਮਾਨ ਬੰਦਿਆਂ ਨੂੰ ਮਾਰਨ ਦੇ ਹੁਕਮ ਦੀ ਖਬਰ ਦੇ ਦਿੱਤੀ। ਦਾਨੀਅਲ ਪਹੁੰਚ ਗਿਆ ਅਤੇ ਤੁਸੀਂ ਦੇਖੋਗੇ ਦਾਨੀਅਲ ਇੱਕ ਦਿਮਾਗੀ ਨਹੀਂ ਸੀ, ਪਰ ਉਹ ਰਾਜੇ ਦੇ ਸੂਝਵਾਨ ਆਦਮੀਆਂ ਵਿੱਚੋਂ ਇੱਕ ਸੀ। ਜੋ ਦਾਨੀਅਲ ਨੇ ਪੁੱਛਿਆ ਕਿ ਉਸਨੂੰ ਕਿਉਂ ਮਾਰਿਆ ਜਾਵੇ, ਅਰਦਾਸ ਕਰਨ ਵਾਲੇ ਨੇ ਉਸਦੇ ਸੁਪਨੇ ਦੀ ਕਹਾਣੀ ਦੱਸੀ। ਦਾਨੀਅਲ ਨੂੰ ਰਾਜਾ ਦੇ ਸਾਹਮਣੇ ਜਾਣ ਦੀ ਇਜਾਜ਼ਤ ਮਿਲ ਗਈ ਅਤੇ ਕਿਹਾ, ਪਾਤਸ਼ਾਹ ਮੈਨੂੰ ਸਮਾਂ ਦਿਓ, ਮੈਨੂੰ ਜਾਣਨ ਦਿਓ ਅਤੇ ਪ੍ਰਾਰਥਨਾ ਕਰਨ ਦਿਓ ਤੇ ਸਵਰਗ ਦੇ ਪਰਮੇਸ਼ਰ ਨੂੰ ਪੁੱਛਣ ਦਿਓ ਤੇ ਸਵਰਗ ਦਾ ਪਰਮੇਸ਼ਰ ਉਸ ਸੁਪਨੇ ਦੇ ਅਰਥ ਨੂੰ ਪ੍ਰਗਟ ਕਰੇਗਾ ਜਿਹੜਾ ਤੁਸੀਂ ਆਪਣੇ ਸੌਣ ਵਾਲੇ ਕਮਰੇ ਵਿੱਚ ਵੇਖਿਆ।
ਅਤੇ ਮੈਂ ਵਾਪਸ ਆਵਾਂਗਾ ਤੇ ਤੁਹਾਨੂੰ ਇਸ ਬਾਰੇ ਦੱਸਾਂਗਾ ਤੁਸੀਂ ਜੋ ਸੁਪਨਾ ਵੇਖਿਆ ਹੈ। ਇਸ ਲਈ ਦਾਨੀਅਲ ਨੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਵਰ ਨੇ ਉਸ ਨੂੰ ਸੁਪਨਾ ਪ੍ਰਗਟ ਕੀਤਾ ਅਤੇ ਉਸਦੇ ਸੇਵਕ ਦਾਨੀਅਲ ਨੇ ਉਸਦੀ ਵਿਆਖਿਆ ਕੀਤੀ। ਤੁਸੀਂ ਦੇਖੋ ਦੋਸਤੋ, ਰੱਬ ਦੇ ਭੇਦ ਪ੍ਰਾਰਥਨਾ ਕਰਨ ਵਾਲੇ ਆਦਮੀ ਤੇ ਔਰਤਾਂ ਨੂੰ ਸਮਝਾਏ ਜਾਂਦੇ ਹਨ। ਇਸ ਲਈ ਦਾਨੀਅਲ 2 ਔਰ ਉਸਦੀ 23 ਆਇਤ ਵਿੱਚੋਂ ਕਹਿੰਦਾ ਹੈ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਤੁਹਾਡੀ ਉਸਤਤ ਕਰਦਾ ਹਾਂ, ਹੇ ਮੇਰੇ ਪੁਰਖਿਆਂ ਦੇ ਪਰਮੇਸ਼ਵਰ, ਤੁਸੀਂ ਮੈਨੂੰ ਬੁੱਧੀ ਅਤੇ ਸ਼ਕਤੀ ਦਿੱਤੀ ਹੈ। ਅਤੇ ਫਿਰ ਦਾਨੀਅਲ ਰਾਜਾ ਦੇ ਸਾਹਮਣੇ ਗਿਆ, ਇਹ ਦੱਸਦਿਆਂ ਕਿ ਇਹ ਸੱਚ ਸੀ ਕਿ ਕੋਈ ਸਿਆਣਾ ਆਦਮੀ ਨਹੀਂ, ਕੋਈ ਜੋਤਸ਼ੀ, ਕੋਈ ਜਾਦੂਗਰ ਸੁਪਨੇ ਦਾ ਜ਼ਾਹਿਰ ਨਹੀਂ ਕਰ ਸਕਦਾ। ਦਾਨੀਅਲ ਦੀ 2 ਦੀ 28 ਆਇਤ ਕਹਿੰਦੀ ਹੈ ਕਿ ਪਰ ਇੱਕ ਰੱਬ ਹੈ ਸਵਰਗ ਵਿੱਚ ਜੋ ਭੇਦ ਪ੍ਰਗਟ ਕਰਦਾ ਹੈ ਤੇ ਉਸਨੇ ਪ੍ਰਗਟ ਕੀਤਾ ਹੈ ਬਾਦਸ਼ਾਹ ਨਬੂਕਦਨੇਜ਼ਰ ਨੂੰ ਆਖਿਰਕਾਰ ਕੀ ਹੋਵੇਗਾ। ਮੈਨੂੰ ਪਿਆਰ ਹੈ, ਦਾਨੀਅਲ ਇਸ ਦਾ ਸਿਹਰਾ ਨਹੀਂ ਲੈਂਦਾ, ਉਹ ਸਾਰਾ ਸਿਹਰਾ ਪਰਮਾਤਮਾ ਨੂੰ ਦੇ ਦਿੰਦਾ ਹੈ। ਇਹ ਮਹੱਤਵਪੂਰਨ ਹੈ। ਤੁਸੀਂ ਦੇਖੋਗੇ ਇਸ ਗ੍ਰਹਿ ਦੇ 2 ਧਾਰਮਿਕ ਪ੍ਰਣਾਲੀਆਂ ਹਨ। ਇਸ ਸਮੇਂ ਇੱਕ ਸਿਸਟਮ ਮਨੁੱਖ ਕੇਂਦਰਿਤ ਹੈ ਤੇ ਦੂਜਾ ਰੱਬ ਕੇਂਦਰਿਤ ਹੈ। ਇਹ ਇੱਕ ਸਕੂਲ ਇਸ ਧਰਤੀ ਉੱਤੇ ਹਰ ਆਤਮਾ ਲਈ ਲੜਾਈ ਹੈ। ਤੁਸੀਂ ਹੈਰਾਨ ਹੋਵੋਗੇ ਕਿ ਅੱਜ ਕੌਣ ਵਕਾਲਤ ਕਰਦਾ ਹੈ। ਇੱਕ ਆਦਮੀ ਕੇਂਦਰਿਤ ਧਰਮ, ਜਿਵੇਂ ਕਿ ਅਸੀਂ ਪੂਰੀ ਲੜੀ ਵਿੱਚ ਚੱਲਦੇ ਹਾਂ ਤੇ ਤੁਸੀਂ ਆਪਣੇ ਆਪ ਨੂੰ ਵੇਖੋਗੇ ਦੋਸਤੋ, ਹੁਣ ਦਾਨੀਅਲ ਵਾਪਸ ਆ ਜਾਣਗੇ। ਹਾਂ, ਅਧਿਆਇ ਪਰਮੇਸ਼ਵਰ ਰਾਜਾ ਨੂੰ ਹਟਾਉਂਦਾ ਹੈ ਤੇ ਰਾਜਿਆਂ ਨੂੰ ਹੀ ਸਥਾਪਿਤ ਕਰਦਾ ਹੈ। ਮੈਨੂੰ ਪਸੰਦ ਹੈ ਇਸ ਲਈ ਕਿ ਇਹ ਕਹਾਣੀ ਬਣਨ ਜਾ ਰਿਹਾ ਹੈ ਗ੍ਰਹਿ ਉੱਤੇ ਰਾਜ ਕਿਵੇਂ ਵੱਧਦੇ ਹਨ ਤੇ ਕਿਵੇਂ ਅਲੋਪ ਹੁੰਦੇ ਹਨ। ਇਹ ਭਵਿੱਖਬਾਣੀ ਸਾਨੂੰ ਸਮੇਂ ਦੀ ਧਾਰਾ ਤੋਂ ਹੇਠਾਂ ਲੈ ਜਾਂਦੀ ਹੈ। ਦਾਨੀਅਲ ਦੇ ਦਿਨ ਤੋਂ ਬਾਬਲ ਦੀ ਕੌਮਾਂ ਵਿੱਚ ਮੈਡੋ ਪਰਸ਼ੀਆ, ਗ੍ਰੀਸ ਅਤੇ ਰੋਮ, ਇੱਥੋਂ ਤੱਕ ਕਿ ਯੂਰਪ ਦੇ ਮੌਜੂਦਾ ਵੰਡਿਆ ਸਾਮਰਾਜ ਤੱਕ। ਇਸ ਲਈ ਦਾਨੀਅਲ ਦਾ ਦੂਜਾ ਅਧਿਆਇ ਸਾਡੇ ਸਮੇਂ ਲਈ ਹੈ ਦੋਸਤੋ। ਜਿਵੇਂ ਕਿ ਰੱਬ ਨੇ ਕਿਹਾ, ਅੰਤ ਦੇ ਦਿਨਾਂ ਵਿੱਚ ਪਰਮੇਸ਼ਵਰ ਦਾਨੀਅਲ ਨੂੰ ਪ੍ਰਗਟ ਕਰਦਾ ਹੈ। ਆਇਤ 31 ਵਿੱਚ, ਤੁਸੀਂ ਇਹ ਰਾਜਾ ਦੇਖ ਰਹੇ ਸੀ ਅਤੇ ਵੇਖੋ ਇੱਕ ਮਹਾਨ ਚਿੱਤਰ ਜਿਸ ਦੀ ਸ਼ਾਨ ਸ਼ਾਨਦਾਰ ਸੀ ਤੇ ਇਹ ਤੁਹਾਡੇ ਸਾਹਮਣੇ ਖੜੀ ਸੀ ਅਤੇ ਇਸ ਦਾ ਰੂਪ ਬਹੁਤ ਵਧੀਆ ਸੀ। ਅਗਲਾ ਇਹ ਕਹਿੰਦਾ ਹੈ, ਇਸ ਦੇ ਚਿੱਤਰ ਦਾ ਸਿਰ ਸੋਨੇ ਦਾ ਸੀ, ਇਸ ਦੀ ਛਾਤੀ ਅਤੇ ਬਾਂਹ ਚਾਂਦੀ, ਇਸ ਦਾ ਢਿੱਡ ਅਤੇ ਕਾਂਸੀ ਦੀਆਂ ਪੱਟਾਂ, ਇਸ ਦੀਆਂ ਲੱਤਾਂ ਲੋਹੇ ਦੀਆਂ ਅਤੇ ਇਸ ਦੇ ਪੈਰ ਕੁਝ ਹੱਦ ਤੱਕ ਲੋਹੇ ਦੇ ਅਤੇ ਕੁਝ ਹੱਦ ਤੱਕ ਮਿੱਟੀ ਦੇ। ਜਦੋਂ ਤੁਸੀਂ ਇੱਕ ਪੱਥਰ ਵੇਖਦੇ ਹੋ ਜਾਂ ਚਟਾਨ ਨੂੰ ਬਿਨਾਂ ਹੱਥਾਂ ਤੋਂ ਬਾਹਰ ਕੁੱਟਿਆ ਗਿਆ, ਜਦੋਂ ਚਿੱਤਰ ਉੱਤੇ ਨਿਸ਼ਾਨਾ ਵਿੰਨਿਆ, ਇਸ ਦੇ ਲੋਹੇ ਅਤੇ ਮਿੱਟੀ ਦੇ ਪੈਰਾਂ ਉੱਤੇ ਉਹਨਾਂ ਦੇ ਟੁਕੜੇ ਹੋ ਗਏ। ਫਿਰ ਆਇਤ 35, ਫਿਰ ਲੋਹਾ, ਮਿੱਟੀ, ਕਾਂਸੀ, ਚਾਂਦੀ ਅਤੇ ਸੋਨਾ ਇਕੱਠੇ ਕੁਚਲ ਦਿੱਤੇ ਗਏ ਅਤੇ ਗਰਮੀਆਂ ਦੀ ਪਿੜਾਈ ਦੀਆਂ ਫਰਸ਼ਾਂ ਤੋਂ ਤੂੜੀ ਵਰਗੇ ਬਣ ਗਏ। ਹਵਾ ਜੋ ਬੈਬੀਲੋਨ ਵਿੱਚ ਲੜਾਈ ਦਾ ਪ੍ਰਤੀਕ ਹੈ, ਉਹਨੂੰ ਚੁੱਕ ਕੇ ਲੈ ਗਏ ਤਾਂ ਕਿ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ। ਦਾਨੀਅਲ ਨੇ 36 ਤੋਂ 38 ਦੇ 2 ਆਇਤਾਂ, ਇਹ ਇੱਕ ਸੁਪਨਾ ਹੈ। ਹੁਣ ਅਸੀਂ ਇਸ ਦੀ ਵਿਆਖਿਆ ਰਾਜਾ ਦੇ ਅੱਗੇ ਦੱਸਾਂਗੇ। ਹੇ ਰਾਜਾ, ਤੂੰ ਰਾਜਿਆਂ ਦਾ ਰਾਜਾ ਹੈ, ਤੂੰ ਸੋਨੇ ਦਾ ਸਿਰ ਹੈ। ਸੋਨੇ ਦਾ ਸਿਰ ਬਾਬਲ ਨੂੰ ਦਰਸਾਉਂਦਾ ਹੈ ਜਾਂ ਨਬੂਕਦਨੇਜ਼ਰ ਦਾ ਰਾਜ। ਉਸ ਦੇ ਰਾਜ ਨੇ 605 ਈਸਵੀ ਪੂਰਵ ਤੋਂ ਲੈ ਕੇ 539 BC ਤੱਕ ਦੁਨੀਆ ਉੱਤੇ ਰਾਜ ਕੀਤਾ। ਨਬੂਕਦਨੇਜ਼ਰ ਨੇ ਇੱਕ ਬਹੁਤ ਹੀ ਸ਼ਾਨਦਾਰ ਸਥਾਪਨਾ ਕੀਤੀ। ਸਾਰੇ ਸੰਸਾਰ ਵਿੱਚ ਅਮੀਰ ਸਾਮਰਾਜ, ਉਸ ਦਾ ਰਾਜ ਸੁਨਹਿਰੀ ਰੰਗ ਨਾਲ ਸੋਨੇ ਨਾਲ ਸਜਾਇਆ ਗਿਆ। ਇਕੱਲੇ ਮੰਦਰ ਵਿੱਚ ਹੀ ਨਬੂਕਦਨੇਜ਼ਰ ਨੇ 18 ਟਨ ਵਰਤੇ। ਸੋਨੇ ਦਾ ਇਹ 16,000 ਕਿਲੋਗ੍ਰਾਮ ਹੈ। ਉਸਨੇ ਆਪਣੀ ਰਾਣੀ ਲਈ ਲਟਕਦੇ ਬਗੀਚੇ ਵੀ ਬਣਾਏ। ਪ੍ਰਾਚੀਨ ਸੰਸਾਰ ਦਾ ਇੱਕ ਹੈਰਾਨੀ ਇਹ ਤੱਥ ਹੈ ਕਿ ਸੋਨਾ ਇੱਕ ਬਹੁਤ ਕੀਮਤੀ ਧਾਤ ਹੈ। ਹਾਲਾਂਕਿ ਚਾਂਦੀ ਘੱਟ ਕੀਮਤੀ ਹੈ, ਪਰ ਇਹ ਵੀ ਮਹੱਤਵਪੂਰਨ ਹੈ। ਤੁਸੀਂ ਦੇਖੋ, ਹਰ ਰਾਜ ਫਲਸਫੇ ਉੱਤੇ ਚੱਲਦਾ ਹੈ। ਪਿਛਲੇ ਰਾਜ ਦੇ ਮਨੁੱਖ ਦੁਆਰਾ ਉਪਦੇਸ਼ ਤੇ ਇਸ ਤਰ੍ਹਾਂ ਵਧੇਰੇ ਜ਼ਾਲਮ ਅਤੇ ਘੱਟ ਸ਼ੁੱਧ ਹੋ ਜਾਂਦੇ ਹਨ। ਸਾਰੇ ਤਰੀਕੇ ਨਾਲ ਹੇਠਾਂ ਲੋਹੇ ਦੀ ਲੱਤਾਂ ਵੱਲ। ਨਬੂਕਦਨੇਜ਼ਰ ਨੇ ਸੋਚਿਆ ਕਿ ਉਸਨੇ ਇੱਕ ਰਾਜ ਬਣਾਇਆ ਹੈ, ਸਾਰੀ ਧਰਤੀ ਖਤਮ ਨਹੀਂ ਹੋਵੇਗੀ। ਉਸਦੇ ਪੈਰਾਂ ਤੇ ਸਜਦਾ ਦਾਨੀਅਲ ਨੇ ਰਾਜੇ ਵੱਲ ਇਸ਼ਾਰਾ ਕੀਤਾ ਅਤੇ ਕਿਹਾ, ਤੁਹਾਡਾ ਰਾਜ ਖਤਮ ਹੋ ਜਾਵੇਗਾ। ਹੰਕਾਰੀ ਰਾਜਾ ਨੇ ਕਿਹਾ, ਵਾਹ, ਕਦੇ ਨਹੀਂ। ਅਤੇ ਉਸਨੇ ਸ਼ੁਰੂ ਵਿੱਚ ਆਪਣੇ ਆਪ ਨੂੰ ਨਿਮਰ ਬਣਾਇਆ, ਪਰ ਫਿਰ ਬਾਅਦ ਵਿੱਚ ਉਸਨੇ ਆਪਣਾ ਦਿਲ ਕਠੋਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਸੋਚਿਆ, ਬਾਬਲ ਸਦਾ ਲਈ ਰਹੇਗਾ। ਮੈਂ ਰਾਜਾਂ ਦੇ ਪਾਤਸ਼ਾਹ ਦਾ ਅਪਮਾਨ ਕਰਾਂਗਾ। ਮੇਰਾ ਸੋਨੇ ਦਾ ਰਾਜ ਕਦੇ ਵੀ ਨਸ਼ਟ ਨਹੀਂ ਹੋਵੇਗਾ। ਕਦੇ ਚਾਂਦੀ ਜਾਂ ਪਿੱਤਲ ਜਾਂ ਲੋਹੇ ਜਾਂ ਮਿੱਟੀ ਜਾਇਆ ਨਹੀਂ ਹੋਏਗਾ। ਮੈਂ ਆਪਣੇ ਆਪ ਨੂੰ ਸਿਰ ਤੋਂ ਪੈਰਾਂ ਤੱਕ ਸੋਨੇ ਦੀ ਮੂਰਤ ਬਣਾਵਾਂਗਾ। ਹੁਣ ਨਬੂਕਦਨੇਜ਼ਰ ਉੱਥੇ ਅਸਲ ਵਿੱਚ ਕੀ ਕਹਿ ਰਿਹਾ ਸੀ? ਉਹ ਸਵਰਗ ਦੇ ਪਰਮੇਸ਼ਵਰ ਨੂੰ ਬਦਨਾਮ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਰੱਬ, ਮੈਂ ਤੁਹਾਡਾ ਵਿਰੋਧ ਕਰਦਾ ਹਾਂ, ਮੈਂ ਆਪਣਾ ਰਾਜ ਕਾਇਮ ਕਰਾਂਗਾ ਅਤੇ ਤੁਸੀਂ ਉਸਨੂੰ ਨਸ਼ਟ ਨਹੀਂ ਕਰ ਸਕਦੇ। ਕੀ ਇਹ ਸੰਭਵ ਹੈ ਕਿ ਅੱਜ ਇਹ ਸ਼ਕਤੀ ਹੈ ਇੱਕੋ ਗੱਲ ਦਾ ਦਾਅਵਾ ਕਰਨਾ ਅਤੇ ਇਹ ਵਿਰੋਧ ਵਿੱਚ ਹੈ ਰੱਬ ਦੇ ਰਾਜ ਨੂੰ? ਹਾਂ, ਅਸੀਂ ਵੇਖਾਂਗੇ ਕਿ ਇਹ ਬਿਲਕੁਲ ਸਹੀ ਹੈ। ਇੱਕ ਮੰਦਭਾਗੀ ਹਕੀਕਤ ਹੈ, ਪਰ ਇਹ ਹਕੀਕਤ ਹੈ। ਪਰ ਚਿੰਤਾ ਨਾ ਕਰੋ, ਪਰਮੇਸ਼ਵਰ ਨੇ ਤੁਹਾਨੂੰ ਬਚਾਉਣ ਦੀ ਯੋਜਨਾ ਬਣਾਈ ਹੈ। ਦਾਨੀਅਲ ਦੀ ਭਵਿੱਖਬਾਣੀ ਜਾਰੀ ਹੈ। ਦਾਨੀਅਲ 2 ਉਸਦੇ 32 ਆਇਤ ਵਿੱਚ, ਇਸ ਦੀ ਛਾਤੀ ਅਤੇ
ਚਾਂਦੀ ਦੀਆਂ ਬਾਹਾਂ। ਬਾਬਲ ਤੋਂ ਬਾਅਦ ਇੱਕ ਹੋਰ ਰਾਜ ਉੱਠੇਗਾ, ਤੁਸੀਂ ਵੇਖੋਗੇ। ਮਾਦੀਆਂ ਤੇ ਫਰੀਸੀਆਂ ਨੇ ਬਾਬਲੀਆਂ ਨੂੰ ਹਰਾ ਦਿੱਤਾ। ਤੁਹਾਨੂੰ ਭਵਿੱਖਬਾਣੀ ਦੇ ਅਰਥ ਤੇ ਅੰਦਾਜ਼ਾ ਲਗਾਉਣ ਦੀ ਜ਼ਰੂਰਤ ਨਹੀਂ ਹੈ। ਇਸ ਨੂੰ ਸਿਰਫ ਦਾਨੀਏਲ ਦੀਆਂ 2 ਆਇਤਾਂ 39 ਵਿੱਚ ਦੇਖੋ। ਅਤੇ ਤੁਹਾਡੇ ਤੋਂ ਬਾਅਦ ਇੱਕ ਹੋਰ ਰਾਜ ਦਾ ਜਨਮ ਹੋਵੇਗਾ। ਭਵਿੱਖਬਾਣੀ ਕੀਤੀ ਗਈ ਭਵਿੱਖਬਾਣੀ ਤੁਹਾਡੇ ਤੋਂ ਘਟੀਆ ਹੈ। ਬਾਬਲ ਦੀ ਕੌਮ ਸਦਾ ਨਹੀਂ ਰਹੇਗੀ। ਇੱਕ ਹੋਰ ਰਾਜ ਪੈਦਾ ਹੁੰਦਾ। ਇਤਿਹਾਸ ਦੱਸਦਾ ਹੈ ਕਿ ਇਹ ਕਿਵੇਂ ਹੋਵੇਗਾ। ਦਾਨੀਏਲ 2 5ਵੇਂ ਅਧਿਆਇ ਵਿੱਚ ਰਾਜਾ ਬਲਸ਼ੇਸ਼ਰ ਰਾਜਾ ਨਬੂਕਦਨੇਜ਼ਰ ਦੇ ਪੋਤੇ ਇੱਕ ਸ਼ਰਾਬੀ ਦਾਵਤ ਦੀ ਮੇਜ਼ਬਾਨੀ ਕੀਤੀ। ਉਸਦੇ ਹਜ਼ਾਰਾਂ ਅਧਿਕਾਰੀਆਂ ਲਈ ਉਸਨੇ ਸ਼ਰਾਬ ਵਗਾ ਦਿੱਤੀ। ਸੰਗੀਤ ਵੱਜ ਰਿਹਾ ਸੀ। ਲੰਬੇ ਸਮੇਂ ਤੋਂ ਲੁੱਟੇ ਗਏ ਬੰਦਿਆਂ ਨੂੰ ਨੇੜੇ ਰੱਖਿਆ ਗਿਆ ਸੀ। ਉਹਨਾਂ ਦੀਆਂ ਸ਼ਾਨਦਾਰ ਰਾਤਾਂ ਸ਼ਰਾਬੀ ਧੋਖੇਬਾਜ਼ੀਆਂ ਦੇ ਵਿਚਕਾਰ ਮਨਮੋਹਕ ਸੰਗੀਤ ਅਤੇ ਭਰਮਾਉਣ ਵਾਲੀ ਅਨੈਤਿਕਤਾ। ਪਰਮੇਸ਼ਵਰ ਨੇ ਬਲਸ਼ੇਜ਼ਰ ਦੀ ਦਾਵਤ ਨੂੰ ਰੋਕਿਆ। ਇੱਕ ਖੂਨ ਰਹਿਤ ਹੱਥ ਨੇ ਕੰਧ ਉੱਤੇ ਇਹ ਸ਼ਬਦ ਲਿਖ ਦਿੱਤੇ, ਮੈਨੇ, ਜਿਸ ਦਾ ਅਰਥ ਹੈ ਰੱਬ ਨੇ ਤੁਹਾਡੇ ਰਾਜ ਨੂੰ ਗਿਣਿਆ ਹੈ ਅਤੇ ਇਸ ਨੂੰ ਖਤਮ ਕਰ ਦਿੱਤਾ ਹੈ। ਟੇਕੇਲ, ਤੁਹਾਡੇ ਕੋਲ ਤੁਹਾਨੂੰ ਤੋਲ ਦਿੱਤਾ ਗਿਆ ਹੈ। ਬੈਲੈਂਸ ਵਿੱਚ ਅਤੇ ਚਾਹਤ ਪਾਉਂਦੇ ਹੋਏ। ਪੈਰੇਸ, ਤੁਹਾਡਾ ਰਾਜ ਵੰਡਿਆ ਹੋਇਆ ਹੈ ਅਤੇ ਇਹਨੂੰ ਦੇ ਦਿੱਤਾ ਗਿਆ ਹੈ ਮੇਡੀਜ਼ ਅਤੇ ਪਰਸੀਨ ਨੂੰ। ਦਾਨੀਏਲ ਦੀ ਵਿਆਖਿਆ ਦੀ ਤਸਦੀਕ ਕੀਤੀ ਜਾ ਸਕਦੀ ਹੈ ਬਾਬਲ ਬਾਰੇ ਕਿਸੇ ਵੀ ਚੰਗੀ ਇਤਿਹਾਸ ਦੀ ਕਿਤਾਬ ਦੁਆਰਾ। ਤੁਸੀਂ ਦੇਖਦੇ ਹੋ ਸਾਇਰਸ ਸੈਨਾ ਦਾ ਜਨਰਲ ਮੈਡੀ ਅਤੇ ਪਰਸੀਆਂ ਦੇ ਸੰਯੁਕਤ ਦੇਸ਼ਾਂ ਦਾ ਬਾਬਲ ਦੇ ਹੰਕਾਰੀ ਰਾਜ ਨੂੰ ਖਤਮ ਕਰ ਦਿੱਤਾ। ਪਰ ਦਾਨੀਏਲ ਇਕੱਲਾ ਨਹੀਂ ਸੀ ਜਿਸਨੇ ਇਸ ਦੀ ਭਵਿੱਖਬਾਣੀ ਕੀਤੀ ਸੀ। ਦਰਅਸਲ ਰੱਬ ਨੇ ਕੋਰਸ ਨਾਮ ਦਾ ਲਗਭਗ 150 ਸਾਲ ਰੱਖਿਆ ਸੀ। ਤੁਸੀਂ ਉਸ ਦੇ ਜਨਮ ਤੋਂ ਪਹਿਲਾਂ ਇੱਕ ਹੈਰਾਨੀਜਨਕ ਭਵਿੱਖਬਾਣੀ ਦੇਖੋ ਜਿਸ ਦਾ ਜ਼ਿਕਰ ਯਸ਼ਾਇਆ 45 ਵਿੱਚ ਕੀਤਾ ਗਿਆ ਹੈ। ਲਗਭਗ 680 BC ਵਿੱਚ ਇਸ ਦੇ ਬਾਰੇ ਯਸ਼ਾਇਆ ਨਬੀ ਦੁਆਰਾ ਲਿਖਿਆ ਗਿਆ ਹੈ। ਯਸ਼ਾਇਆ 45 ਦੀ ਪਹਿਲੀ ਆਇਤ ਵਿੱਚ ਪ੍ਰਭੂ ਕਹਿੰਦਾ ਹੈ, ਉਸ ਦੇ ਮਸਾ ਕੀਤੇ ਹੋਏ ਕੋਰਸ ਨੂੰ ਜਿਸ ਦਾ ਸੱਜਾ ਹੱਥ ਮੈਂ ਫੜਿਆ ਹੈ, ਕੌਮਾਂ ਨੂੰ ਉਸ ਦੇ ਅਧੀਨ ਕਰਨ ਤੇ ਰਾਜਿਆਂ ਦੇ ਕਿੱਲੇ ਕਰਨ ਦੇ ਲਈ ਤੇ ਅੱਗੇ ਦੋਹਰੇ ਦਰਵਾਜ਼ੇ ਖੋਲ੍ਹਣ ਲਈ ਤਾਂ ਕਿ ਫਾਟਕ ਬੰਦ ਨਾ ਹੋਣ। ਦੋਸਤੋ, ਬਿਲਕੁਲ ਇਹੀ ਹੈ। ਉਸ ਦੇ ਸਿਪਾਹੀਆਂ ਨੇ ਮੋੜਨ ਲਈ ਨਹਿਰਾਂ ਪੁੱਟੀਆਂ ਅਤੇ ਫਰਾਤ ਨਦੀ ਵਿੱਚ ਸੁੱਕੋ ਅਤੇ ਬਾਬਲ ਦੀਆਂ ਕੰਧਾਂ ਦੇ ਹੇਠਾਂ ਮਾਰਚ ਕੀਤਾ। ਉਹ ਖੁੱਲ੍ਹੇ ਦਰਵਾਜ਼ੇ ਰਾਹੀਂ ਸ਼ਹਿਰ ਵਿੱਚ ਆਏ। ਬਾਈਬਲ ਕੋਈ ਆਮ ਕਿਤਾਬ ਨਹੀਂ ਹੈ। ਜਦੋਂ ਤੁਸੀਂ ਅਤੇ ਮੈਂ ਰੱਬ ਦਾ ਸ਼ਬਦ ਬੋਲਦੇ ਹਾਂ, ਅਸੀਂ ਜਿਉਂਦੇ ਪਰਮੇਸ਼ਵਰ ਦੇ ਵਚਨ ਨੂੰ ਬੋਲ ਰਹੇ ਹਾਂ। ਇਸ ਦੀ ਭਵਿੱਖਬਾਣੀਆਂ ਸੱਚਮੁੱਚ ਸੱਚ ਹਨ। ਅੱਗੇ ਦਾਨੀਏਲ 2 ਉਸ ਦੀ 39 ਆਇਤ ਵਿੱਚ ਦੇਖੋ। ਫਿਰ ਇੱਕ ਹੋਰ ਕਾਂਸੇ ਦਾ ਤੀਸਰਾ ਰਾਜਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ। ਮਹਾਨ ਅਲੈਗਜ਼ੈਂਡਰ ਨੇ ਆਪਣੀ ਫੌਜਾਂ ਨੂੰ ਉਹਨਾਂ ਦੇ ਕਾਂਸੀ ਤੇ ਪ੍ਰਸਤ ਕਰਨ ਨਾਲ ਅਗਵਾਈ ਦਿੱਤੀ। ਜੇਕਰ ਤੁਸੀਂ ਅੱਜ ਐਕਰੋਪੋਲਿਸ ਮਿਊਜ਼ੀਅਮ ਜਾਣਦੇ ਹੋ ਤੇ ਉੱਥੇ ਜਾ ਰਹੇ ਹੋ, ਯੂਨਾਨ ਦੇ ਐਥਨਸ ਵਿੱਚ ਜੋ ਕਿ ਸਥਿਤ ਹੈ, ਤੁਸੀਂ ਕਿਹਨਾਂ ਚੀਜ਼ਾਂ ਨੂੰ ਉੱਥੇ ਜਾ ਕੇ ਵੇਖੋਗੇ? ਇਹ ਦਰਅਸਲ ਤੀਸਰੀ ਕੌਮ ਨੂੰ ਜੋ ਕਿ ਕਾਂਸੇ ਦੀ ਨਾਮੁਨਿਆਦੀ ਲਈ ਹੈ, ਉਸਨੂੰ ਦਰਸਾਉਂਦਾ ਹੈ। ਉੱਥੇ ਤੁਸੀਂ ਪੁਰਾਣੇ ਸਿਪਾਹੀਆਂ ਦੁਆਰਾ ਪਹਿਨਣ ਵਾਲੇ ਸ਼ਸਤਰਾਂ ਨੂੰ ਵੇਖ ਸਕਦੇ ਹੋ। ਯੂਨਾਨ ਨੂੰ ਸੀ ਜੋ ਕਿ ਉਹਦੇ ਸਿਰ ਮਿਲਟਰੀ ਤਰੱਕੀ ਦੇ ਨਾਲ, ਮਹਾਨ ਸਿਕੰਦਰ ਦੀ ਸਿਆਣਪ ਨਾਲ ਅਤੇ ਉਸ ਦੀ ਫੌਜੀ ਮਹਾਰਤ ਯੂਨਾਨ ਦੀ ਕੌਮ ਨਾਲ ਬਿਜਲੀ ਦੀ ਰਫ਼ਤਾਰ ਦੇ ਨਾਲ ਉਸ ਸਮੇਂ ਦੇ ਜਾਣੇ ਜਾਂਦੇ ਸੰਸਾਰ ਨੂੰ ਜਿੱਤਣ ਦੇ ਯੋਗ ਸੀ। ਉਸਨੇ ਉਸ ਸਮੇਂ ਤੱਕ ਸਭ ਦਾ ਵੱਡਾ ਸਾਮਰਾਜ ਪ੍ਰਾਪਤ ਕੀਤਾ। 32 ਸਾਲ ਦੀ ਅਲੈਗਜ਼ੈਂਡਰ ਨੇ ਉਹ ਪ੍ਰਾਪਤ ਕਰ ਲਿਆ ਸੀ ਜੋ ਉਸਨੂੰ ਬਹੁਤ ਸਾਰੇ ਲੋਕ ਪ੍ਰਾਪਤ ਨਹੀਂ ਕਰ ਸਕਦੇ ਸਨ। ਇਸ ਉਮਰ ਦੇ ਵਿੱਚ ਸੰਸਾਰ ਦੇ ਦਬਦਬੇ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਹ ਬਹੁਤ ਮਹਾਨ ਬਣ ਗਿਆ ਸੀ। ਲੋਹੇ ਅਤੇ ਮਿੱਟੀ ਦੇ ਪੈਰ ਵੰਡਾਂ ਨੂੰ ਦਰਸਾਉਂਦੇ ਹਨ, ਰੋਮਨ ਸਾਮਰਾਜ ਦੇ ਵੰਡਾਂ ਨੂੰ। ਯੂਰਪ ਵੰਡਿਆ ਹੋਇਆ ਸੀ ਜਿਸ ਦੀ ਭਵਿੱਖਬਾਣੀ ਕੀਤੀ ਹੋਈ ਸੀ ਕਿ ਇਹ ਹੋਵੇਗਾ। ਦਾਨੀਏਲ ਉਸਦੇ 2 ਅਧਿਆਇ ਉਸਦੀ 43 ਆਇਤ ਵਿੱਚ ਘੋਸ਼ਣਾ ਹੁੰਦੀ ਹੈ, ਜਿਵੇਂ ਤੁਸੀਂ ਦੇਖਦੇ ਹੋ ਕਿ ਲੋਹੇ ਨੂੰ ਮਿੱਟੀ ਨਾਲ ਮਿਲਾਇਆ ਗਿਆ, ਉਹ ਮਨੁੱਖਾਂ ਦੇ ਬੀਜ ਨਾਲ ਰਲ ਜਾਣਗੇ ਪਰ ਇਹ ਇੱਕ ਦੂਜੇ ਦਾ ਪਾਲਣ ਨਹੀਂ ਕਰਨਗੇ। ਜਿਵੇਂ ਲੋਹਾ ਮਿੱਟੀ ਨਾਲ ਨਹੀਂ ਮਿਲਾਉਂਦਾ। ਇਤਿਹਾਸ ਦੌਰਾਨ ਯੂਰਪ ਦੇ ਰਾਜਾਂ ਨੇ ਕੋਸ਼ਿਸ਼ ਕੀਤੀ ਸਾਮਰਾਜ ਨੂੰ ਜੋੜਨ ਲਈ ਅੰਤਰਸ਼ਾਦੀ ਦੁਆਰਾ। ਇਸ ਦੀ ਮਸ਼ਹੂਰ ਉਦਾਹਰਨ ਹੈ ਨੈਪੋਲੀਅਨ। ਉਹ ਆਪਣੀ ਪਤਨੀ ਜੋਸਫੀਨ ਤੋਂ ਤਲਾਕ ਲੈ ਕੇ ਆਸਟਰੀਆ ਦੀ ਲੂਸੀ ਨਾਲ ਵਿਆਹ ਕਰਵਾ ਲਿਆ। ਉਸਨੇ ਆਪਣੇ ਦੇਸ਼ ਦੇ ਸੰਬੰਧ ਸੁਰੱਖਿਅਤ ਕਰਨ ਦੇ ਲਈ ਅਤੇ ਸਾਰੇ ਯੂਰਪ ਨੂੰ ਇਕਜੁੱਟ ਕਰਨ ਲਈ ਉਸਦਾ ਇਹੀ ਟੀਚਾ ਸੀ। ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ, ਉਹ ਉਸ ਦੇ ਲਈ ਬਿਲਕੁਲ ਅਸਫਲ ਰਿਹਾ। ਵਿਆਹ ਕਰਾਉਣ ਤੋਂ ਇਲਾਵਾ ਇੱਕ ਦੂਸਰਾ ਤਰੀਕਾ ਸੀ ਰਾਜਨੀਤਿਕ ਨੇਤਾਵਾਂ ਦੇ ਯੂਰਪ ਨੂੰ ਇਕਮੁੱਠ ਕਰਨ ਦੀ ਕੋਸ਼ਿਸ਼ ਕਰਨਾ। ਉਸਨੇ ਆਪਣੇ ਟੀਚਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਫੌਜੀ ਟਕਰਾਅ ਅਤੇ ਹੋਰ ਵੀ ਚਾਰਲਸ ਪੰਜ ਵੀ ਯੂਰਪ ਨੂੰ ਇੱਕ ਕਰਨਾ ਚਾਹੁੰਦਾ ਸੀ ਤੇ ਉਹ ਅਸਫਲ ਰਿਹਾ। ਸ਼ਾਰਲਮੈਨ ਯੂਰਪ ਨੂੰ ਇੱਕ ਕਰਨਾ ਚਾਹੁੰਦਾ ਸੀ, ਉਹ ਵੀ ਅਸਫਲ ਰਿਹਾ। ਨੈਪੋਲੀਅਨ ਨੇ ਸਾਰੇ ਯੂਰਪ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਤੇ ਉਹ ਵੀ ਅਸਫਲ ਰਿਹਾ। ਨੈਪੋਲੀਅਨ ਨੇ ਆਪਣੇ ਜਰਨਲ ਵਿੱਚ ਇੱਕ ਵੇਰਵਾ ਲਿਖਿਆ ਉਸ ਦੀਆਂ ਅਭਿਲਾਸ਼ੀ ਯੋਜਨਾਵਾਂ ਦਾ
ਕਿ ਉਹ ਇੱਕ ਯੂਰਪ ਹੋਵੇਗਾ, ਉੱਥੇ ਇੱਕ ਮੁਦਰਾ ਹੋਵੇਗੀ, ਇੱਕ ਭਾਸ਼ਾ ਹੋਵੇਗੀ, ਸਾਰੇ ਯੂਰਪ ਵਿੱਚੋਂ ਇੱਕ ਸਰਕਾਰ ਹੋਵੇਗੀ। ਪਰ ਜਦੋਂ ਵਾਟਰਲੂ ਦੀ ਲੜਾਈ ਵਿੱਚ ਨੈਪੋਲੀਅਨ ਹਾਰ ਗਿਆ ਸੀ 1815 ਜੂਨ ਦੇ ਵਿੱਚ, ਉਸਨੇ ਕਿਹਾ ਸਰਬ ਸ਼ਕਤੀਮਾਨ ਮੇਰੇ ਲਈ ਬਹੁਤ ਜ਼ਿਆਦਾ ਹੈ। ਦੋਸਤੋ, ਬਾਈਬਲ ਬਿਲਕੁਲ ਸਹੀ ਕਹਿੰਦੀ ਹੈ। ਬਾਈਬਲ 'ਚ ਬਿਲਕੁਲ ਸਹੀ ਲਿਖਿਆ ਹੈ ਕਿ ਯੂਰਪ ਵੰਡਿਆ ਗਿਆ ਹੈ। ਯੂਰਪ ਵੰਡਿਆ ਗਿਆ ਹੈ। ਚਾਰਲਸ ਪੰਚ, ਚਾਰਲ ਮੈਗਨ, ਨੈਪੋਲੀਅਨ, ਹਿਟਲਰ, ਸਟਾਲਿਨ ਵਿਸ਼ਵ ਨੇਤਾ ਹੁੰਦੇ ਸਨ ਅਤੇ ਉਹ ਸਾਰੇ ਅਸਫਲ ਹੋਏ ਸਨ। ਹਿਟਲਰ ਅਤੇ ਉਸਦੇ ਅਗਨੀ ਭਾਸ਼ਾਵਾਂ ਉੱਤੇ ਵਿਚਾਰ ਕਰੋ। ਕਿਵੇਂ ਉਹਨਾਂ ਨੇ ਜਨਤਾ ਨੂੰ ਕੋਰੇ ਮਾਰਿਆ? ਉਹਨਾਂ ਦਾ ਮਤਲਬ ਕੀ ਸੀ? ਉਸਦਾ ਮਤਲਬ ਇੱਕ ਵਿਅਕਤੀ, ਇੱਕ ਸਾਮਰਾਜ, ਇੱਕ ਨੇਤਾ ਸੀ। ਇਹ ਪ੍ਰਗਟ ਹੋਇਆ ਕਿ ਉਹ ਇਹ ਕੰਮ ਪੂਰਾ ਕਰਨ ਜਾ ਰਿਹਾ ਸੀ। ਉਸਦਾ ਅਭਿਲਾਸ਼ੀ ਟੀਚਾ ਅਤੇ ਸਾਰੇ ਯੂਰਪ ਨੂੰ ਇਕਜੁੱਟ ਕਰਨਾ ਸੀ। ਸਹਿਯੋਗੀ ਤਾਕਤਾਂ ਫਸੀਆਂ ਹੋਈਆਂ ਸਨ। ਹਾਰ ਬਿਲਕੁਲ ਨਿਸ਼ਚਿਤ ਜਾਪਦੀ ਸੀ। ਪਰ ਕਮਾਲ ਦੀ ਗੱਲ ਕੀ ਸੀ? ਕਮਾਲ ਦੀ ਗੱਲ ਇਹ ਹੈ ਕਿ ਹਿਟਲਰ ਨੇ ਆਪਣੇ ਟੈਂਕ ਮੰਗਵਾਏ ਉਹਨਾਂ ਨੂੰ ਰੋਕਣ ਲਈ ਤੇ ਉਹਨਾਂ ਉੱਤੇ ਦੁਬਾਰਾ ਕੋਸ਼ਿਸ਼ ਕਰਨ ਦੇ ਲਈ। ਹਿਟਲਰ ਦੀਆਂ ਟੈਂਕੀਆਂ ਨੂੰ ਕਿਸ ਚੀਜ਼ ਨੇ ਰੋਕਿਆ? ਹਿਟਲਰ ਦੀਆਂ ਟੈਂਕੀਆਂ ਨੂੰ ਰੋਕਣ ਵਾਲਾ ਕੌਣ ਸੀ? ਦਾਨੀਏਲ ਦੇ 2 ਅਧਿਆਇ ਵਿੱਚ ਇੱਕ ਪ੍ਰਾਚੀਨ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨੂੰ ਆਪਾਂ ਪੜ੍ਹਾਂਗੇ। ਰੋਮਨ ਸਾਮਰਾਜ ਦੇ ਦਿਨਾਂ ਤੋਂ ਉਹ ਐਲਾਨ ਕਰਦਾ ਹੈ ਕਿ ਯੂਰਪ ਕਦੇ ਏਕਤਾ ਵਿੱਚ ਨਹੀਂ ਹੁੰਦਾ। ਬਾਈਬਲ ਪ੍ਰਕਾਸ਼ ਦੀ ਪੋਥੀ ਵਿੱਚ ਭਵਿੱਖਬਾਣੀ ਕਰਦੀ ਹੈ। ਉਹ ਭਵਿੱਖਬਾਣੀ ਹੈ ਕਿ ਯੂਰਪ ਨੂੰ ਜੋੜਨ ਦੀ ਅੰਤਮ ਤੇ ਆਖਰੀ ਕੋਸ਼ਿਸ਼ ਇਸ ਵਾਰ ਇੱਕ ਧਾਰਮਿਕ ਰਾਜਨੀਤਿਕ ਯੂਨੀਅਨ ਦੇ ਅਧੀਨ। ਇਹ ਪ੍ਰਕਾਸ਼ ਦੀ ਪੋਥੀ ਉਹਦਾ 17 ਅਧਿਆਇ ਅਤੇ ਉਹਦੀ 12 ਆਇਤ ਤੋਂ ਲੈ ਕੇ 14 ਆਇਤ ਵਿੱਚ ਪਾਈ ਜਾਂਦੀ ਹੈ, ਜਿਸ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਹੋਇਆ ਹੈ। ਉਹ 10 ਸੀ ਜਿਹੜੇ ਤੈਂ ਵੇਖੇ, ਉਹ 10 ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ, ਪਰ ਉਸ ਦਰਿੰਦੇ ਦੇ ਨਾਲ 1 ਘੰਟੇ ਲਈ ਰਾਜਾਂ ਦੇ ਸਮਾਨ ਉਹਨਾਂ ਨੂੰ ਇਖਤਿਆਰ ਮਿਲਦਾ ਹੈ। ਇਹਨਾਂ ਦਾ ਇੱਕੋ ਮਤ ਹੈ ਅਤੇ ਆਪਣੀ ਸਮਰੱਥਾ ਅਤੇ ਇਖਤਿਆਰ ਉਸ ਦਰਿੰਦੇ ਨੂੰ ਦੇ ਦਿੰਦੇ ਹਨ। ਇੱਥੇ ਇਸ ਭਵਿੱਖਬਾਣੀ ਦੀ ਮਹੱਤਤਾ ਹੈ। ਥੋੜ੍ਹੇ ਸਮੇਂ ਲਈ ਯੂਰਪ ਦੀਆਂ ਕੌਮਾਂ ਅਤੇ ਬਾਕੀ ਦਾ ਸੰਸਾਰ ਪ੍ਰਵੇਸ਼ ਕਰੇਗਾ ਇੱਕ ਧਾਰਮਿਕ ਰਾਜਨੀਤਿਕ ਸੰਘ ਯਿਸੂ ਦੇ ਆਉਣ ਤੇ। ਧਿਆਨ ਦਿਓ ਕਿ ਪ੍ਰਕਾਸ਼ ਦੀ ਪੋਥੀ ਇਸ ਅਸਥਾਈ ਏਕਤਾ ਦਾ ਵਰਣਨ ਕਿਵੇਂ ਕਰਦੀ ਹੈ। ਅਸੀਂ ਇਸ ਨੂੰ ਪੜ੍ਹਾਂਗੇ ਕਿ ਇਹ ਵਰਣਨ ਕਿਵੇਂ ਕੀਤਾ ਜਾ ਰਿਹਾ ਹੈ। ਇਹ ਇੱਕ ਦਿਮਾਗ ਦੇ ਹਨ ਅਤੇ ਉਹ ਦੇਣਗੇ ਉਹਨਾਂ ਦੀ ਸ਼ਕਤੀ ਅਤੇ ਉਹ ਆਪਣਾ ਅਧਿਕਾਰ ਉਸ ਜਾਨਵਰ ਨੂੰ ਦੇਣਗੇ। ਇਸ ਲਈ ਇੱਥੇ ਇੱਕ ਭਵਿੱਖਬਾਣੀ ਕੀਤੀ ਗਈ ਹੈ ਕਿ 1 ਘੰਟੇ ਲਈ ਸਮੇਂ ਦੀ ਇੱਕ ਛੋਟੀ ਮਿਆਦ ਯੂਰਪ ਦੀਆਂ ਕੌਮਾਂ ਉਹ ਇਕੱਠੇ ਹੋਣਗੇ, ਉਹ ਸਭ ਇਕੱਠੇ ਹੋਣਗੇ। ਕੀ ਅੱਜ ਯੂਰਪ ਨੂੰ ਜੋੜਨ ਵਾਲੀਆਂ ਹਰਕਤਾਂ ਹੋ ਰਹੀਆਂ ਹਨ? ਕੀ ਤੁਸੀਂ ਜਾਣਦੇ ਹੋ? ਸਾਰੇ ਸੰਸਾਰ ਨੂੰ ਇਕਜੁੱਟ ਕਰਨ ਲਈ ਝੰਡਾ ਜੋ ਯੂਰਪ ਦੇ ਸਾਂਝੇ ਬਾਜ਼ਾਰ ਦਾ ਪ੍ਰਤੀਕ ਹੈ। ਬਹੁਤ ਸਾਰੀਆਂ ਆਵਾਜ਼ਾਂ ਹਨ। ਇੱਕ ਯੂਰੋ ਇੱਕ ਕੋਸ਼ਿਸ਼ ਦਾ ਨਤੀਜਾ ਹੈ ਜੋ ਯੂਰਪ ਲਈ ਇੱਕ ਆਮ ਮੁੱਦਾ ਸਥਾਪਿਤ ਕਰਨਾ ਚਾਹੁੰਦਾ ਹੈ। ਪ੍ਰਕਾਸ਼ ਦੀ ਪੋਥੀ ਸਾਨੂੰ ਦੱਸਦੀ ਹੈ ਕਿ ਇੱਥੇ ਆਖਰੀ ਕੋਸ਼ਿਸ਼ ਕੀਤੀ ਜਾਵੇਗੀ ਜਾਨਵਰ ਦੀ ਸ਼ਕਤੀ ਤਿਆਰ ਕਰਨ ਲਈ, ਲੋਕਾਂ ਨੂੰ ਇਕਜੁੱਟ ਕਰਨ ਲਈ, ਜੋ ਉਹਨਾਂ ਨੂੰ ਧਾਰਮਿਕ ਅਤੇ ਰਾਜਨੀਤਿਕ ਤੌਰ ਤੇ ਸ਼ਾਮਿਲ ਕਰਦਾ ਹੈ ਇੱਕ ਮਹਾਨ ਪ੍ਰਣਾਲੀ ਦੇ ਅਧੀਨ। ਜਦੋਂ ਵਿਸ਼ਵ ਵਿਆਪੀ ਸੰਘਰਸ਼ ਅਤੇ ਯੁੱਧ ਕਾਲ, ਮਹਾਮਾਰੀ ਅਤੇ ਆਰਥਿਕ ਅਸਫਲਤਾ ਵਿਚਾਰ ਨੂੰ ਇਸ ਲਈ ਮਿੱਠਾ ਪੇਸ਼ ਕੀਤਾ ਜਾਵੇਗਾ। ਇੱਕ ਏਕਤਾ ਵਾਲਾ ਸੰਸਾਰ, ਇੱਕ ਏਕਤਾ ਵਾਲਾ ਸਮਾਜ, ਅਸੀਂ ਸਾਰੇ ਇੱਕ ਹੋ ਜਾਵਾਂਗੇ। ਪਰ ਬਾਈਬਲ ਕਹਿੰਦੀ ਹੈ ਕਿ ਇਹ ਇੱਕ ਦਿਮਾਗ ਦੇ ਹਨ ਅਤੇ ਉਹ ਆਪਣੀ ਸ਼ਕਤੀ ਅਤੇ ਅਧਿਕਾਰ ਜਾਨਵਰ ਨੂੰ ਦੇਣਗੇ। ਇਸ ਲੇਲੇ ਨਾਲ ਯੁੱਧ ਕਰਨਗੇ ਜੋ ਯਿਸੂ ਹੈ ਅਤੇ ਲੇਲਾ ਉਹਨਾਂ ਨੂੰ ਕਾਬੂ ਕਰ ਲਵੇਗਾ। ਸਾਨੂੰ ਧਰਤੀ ਦੇ ਰਾਜ ਵਿੱਚ ਦਿਲਚਸਪੀ ਨਹੀਂ ਹੋਣ ਦਾ ਕਾਰਨ ਹੈ ਕਿਉਂਕਿ ਯਿਸੂ ਨੇ ਸਵਰਗੀ ਸਾਨਾ ਵਾਅਦਾ ਕੀਤਾ ਹੈ। ਪ੍ਰਕਾਸ਼ ਦੀ ਪੋਥੀ 17 ਅਧਿਆਇ ਵਿੱਚ ਇਹ ਭਵਿੱਖਬਾਣੀ ਕਹਿੰਦੀ ਹੈ ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ ਅਤੇ ਉਹ ਜਿਹੜੇ ਉਸ ਦੇ ਨਾਲ ਹਨ ਉਹ ਚੁਣੇ ਗਏ ਹਨ ਤੇ ਉਹ ਵਫਾਦਾਰ ਹਨ। ਇਤਿਹਾਸ ਦਾਨੀਏਲ ਦੇ 2 ਅਧਿਆਇਆਂ ਦੀ ਭਵਿੱਖਬਾਣੀ ਦੀ ਪਾਲਣਾ ਕਰਦਾ ਹੈ ਇੱਕ ਨੀਲੇ ਰੰਗ ਦੀ ਤਰ੍ਹਾਂ ਅਤੇ ਇਹ ਜਾਰੀ ਰਹੇਗਾ। ਇਸ ਗ੍ਰਹਿ ਤੇ ਰਾਜਨੀਤਿਕ ਕੰਮ ਨਿਰੰਤਰ ਨਹੀਂ ਹਨ। ਇਸ ਮਿੰਟ ਵਿੱਚ
ਇਸ ਮਿੰਟ ਵਿੱਚ ਹੀ ਦੁਨੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਇਸ ਗੱਲ ਦਾ ਸੰਕੇਤ ਹਨ ਕਿ ਰਾਜਿਆਂ ਦਾ ਰਾਜਾ ਯੀਸ਼ੂ ਜਲਦੀ ਆਵੇਗਾ। ਉਸ ਦੀ ਵਾਪਸੀ ਇੱਕ ਗ੍ਰਹਿ ਲਈ ਇੱਕੋ ਇੱਕ ਆਸ ਹੈ, ਲੋਹੇ ਅਤੇ ਮਿੱਟੀ ਦੇ ਪੈਰਾਂ ਤੇ ਖੜੇ ਟੁੱਟੇ ਲਈ ਤਿਆਰ। ਦਾਨੀਏਲ ਦੇ ਚਿੱਤਰ ਦੀ ਭਵਿੱਖਬਾਣੀ ਅਤੇ ਪ੍ਰਕਾਸ਼ ਦੀ ਭਵਿੱਖਬਾਣੀ ਸਾਨੂੰ ਇੱਕ ਨਵੇਂ ਸਮੇਂ ਨਾਲ ਇਸ਼ਾਰਾ ਕਰਦੇ ਹਨ। ਦਾਨੀਏਲ ਨੇ 2 ਆਇਤ 34 ਵਿੱਚ ਲਿਖਿਆ ਹੈ, ਤੁਸੀਂ ਦੇਖਿਆ ਜਦੋਂ ਇੱਕ ਪੱਥਰ ਬਿਨਾਂ ਹੱਥਾਂ ਤੋਂ ਕੱਟਿਆ ਗਿਆ, ਜਿਸ ਨੇ ਚਿੱਤਰ ਨੂੰ ਮਾਰਿਆ, ਜਿਸ ਨੇ ਉਸ ਮੂਰਤ ਨੂੰ ਮਾਰਿਆ, ਇਸ ਦੇ ਲੋਹੇ ਅਤੇ ਮਿੱਟੀ ਦੇ ਪੈਰਾਂ ਉੱਤੇ ਉਹਨਾਂ ਦੇ ਟੁਕੜੇ ਹੋ ਗਏ। ਆਇਤ 44 ਸਵਰਗ ਦਾ ਪਰਮੇਸ਼ਵਰ ਇੱਕ ਰਾਜ ਸਥਾਪਿਤ ਕਰੇਗਾ ਜਿਹੜਾ ਕਦੇ ਨਾਸ਼ ਨਹੀਂ ਹੋਵੇਗਾ। ਤਾਂ ਫਿਰ ਚਟਾਨ ਦਾ ਕੀ ਹੈ ਜੋ ਉਸ ਮੂਰਤ ਨੂੰ ਤੋੜਦੀ ਹੈ? ਯੁਗਾਂ ਦੀ ਚਟਾਨ ਰਾਜਾ ਯੀਸ਼ੂ। ਸਾਨੂੰ ਯਕੀਨ ਨਹੀਂ ਹੋ ਸਕਦਾ ਕਿ ਧਰਤੀ ਦੇ ਰਾਜ ਵਿੱਚੋਂ ਉੱਭਰਦੇ ਹਨ ਤੇ ਡਿੱਗਦੇ ਹਨ। ਉਹ ਅਸਥਾਈ ਭੁਲੇਖੇ ਵਾਲੇ ਹਨ, ਪਰ ਅਸੀਂ ਆਪਣਾ ਭਰੋਸਾ ਰੱਖ ਸਕਦੇ ਹਾਂ ਰੱਬ ਦੇ ਰਾਜ ਵਿੱਚ ਜਿਹੜਾ ਕਦੀ ਨਹੀਂ ਡਿੱਗੇਗਾ। ਅਸੀਂ ਇੱਕ ਬ੍ਰਾਹਮਣ ਯੁੱਧ ਵਿੱਚ ਹਾਂ ਤੇ ਸਾਡੀ ਬ੍ਰਾਹਮਣ ਬਚਾਵ ਦੇ ਰਾਹ ਤੇ ਹੈ। ਮਸੀਹ ਦਾ ਅਲੌਕਿਕ ਰਾਜ ਆਵੇਗਾ ਅਤੇ ਨਸ਼ਟ ਨਹੀਂ ਹੋਵੇਗਾ। ਉਹ ਇਸ ਸੰਸਾਰ ਦੇ ਰਾਜਿਆਂ ਨੂੰ, ਸਾਰੇ ਰਾਜਾਂ ਨੂੰ ਨਸ਼ਟ ਕਰ ਦੇਵੇਗਾ। ਪ੍ਰਕਾਸ਼ ਦੀ ਪੋਥੀ 11:15 ਵਿੱਚ ਕਹਿੰਦੀ ਹੈ, ਅਤੇ ਉੱਚੀਆਂ ਆਵਾਜ਼ਾਂ ਸਨ ਸਵਰਗ ਵਿੱਚ ਕਹਿ ਰਿਹਾ ਹੈ, ਇਸ ਸੰਸਾਰ ਦੇ ਰਾਜ ਸਾਡੇ ਪ੍ਰਭੂ ਦੇ ਰਾਜ ਬਣ ਗਏ ਹਨ ਅਤੇ ਉਹ ਸਦਾ ਅਤੇ ਸਦਾ ਲਈ ਰਾਜ ਕਰੇਗਾ। ਮਨੁੱਖੀ ਦਿਲ ਦੀ ਵੱਡੀ ਚਾਹਤ ਸ਼ਾਂਤੀ ਲਈ ਹੈ ਅਤੇ ਸੁਰੱਖਿਆ। ਅਸੀਂ ਇੱਕ ਸਥਿਰ ਸਮਾਜ ਦੀ ਇੱਛਾ ਰੱਖਦੇ ਹਾਂ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਲੜਾਈ ਦੇ ਡਰ ਤੋਂ ਪਾਲ ਸਕਦੇ ਹਾਂ, ਗਰੀਬੀ ਅਤੇ ਵਿਨਾਸ਼ਕਾਰੀ ਬਿਮਾਰੀਆਂ ਦੇ ਡਰ ਤੋਂ। ਅਸੀਂ ਡਰ ਨਾਲ ਨਹੀਂ ਪਰ ਉਮੀਦ ਨਾਲ ਭਰਪੂਰ ਭਵਿੱਖ ਚਾਹੁੰਦੇ ਹਾਂ। 2 ਦਾਨੀਏਲ ਦਾ ਚਿੱਤਰ ਮੈਨੂੰ ਬਣਾਉਂਦਾ ਹੈ। ਫਰੈਡੀ ਬਾਰੇ ਇਹ ਇੱਕ ਕਹਾਣੀ ਬਾਰੇ ਸੋਚੋ। ਮੇਰੀ AWR ਕ੍ਰਿਊ ਦਾ ਮੈਂਬਰ ਚਾਲਕ ਤੇ ਮੈਂ ਦੱਖਣੀ ਅਫਰੀਕਾ ਵਿੱਚ ਉਸਨੂੰ ਫਿਲਮਾਇਆ। ਫਰੈਡੀ ਬਹੁਤ ਹੀ ਧਾਰਮਿਕ ਘਰ ਵਿੱਚ ਵੱਡਾ ਹੋਇਆ ਸੀ। ਉਸਦਾ ਪਿਤਾ ਇੱਕ ਪ੍ਰੀਸਟ ਸੀ ਅਤੇ ਉਸਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ। ਫਿਰ ਵੀ ਇੱਕ ਬਾਲਕ ਵਜੋਂ ਉਸਨੇ ਰੱਬ ਨਾਲ ਕਰਨ ਲਈ ਹਰ ਚੀਜ਼ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਇੱਕ ਦਿਨ ਉਸਨੂੰ ਫੋਨ ਆਇਆ ਤੇ ਉਸਦੀ ਭੈਣ ਦਾ ਕਤਲ ਕਰ ਦਿੱਤਾ ਗਿਆ। ਉਹ ਇਸ ਖਬਰ ਨੂੰ ਸੁਣ ਕੇ ਉਸਨੂੰ ਬਹੁਤ ਗੁੱਸਾ ਆਇਆ ਤੇ ਉਸਦਾ ਗੁੱਸਾ ਜ਼ਹਿਰ ਵਿੱਚ ਬਦਲ ਗਿਆ ਅਤੇ ਨਿਰਾਸ਼ਾ ਨਾਲ ਉਸਨੇ ਆਪਣੀ ਸਾਰੀ ਸਮੱਸਿਆਵਾਂ ਨੂੰ ਸ਼ਰਾਬ ਦੇ ਵਿੱਚ ਡੋਲ ਦਿੱਤਾ। ਅਖੀਰਕਾਰ ਉਸਨੇ ਆਪਣਾ ਸਵੈ ਵਿਨਾਸ਼ ਕਰਨਾ ਸ਼ੁਰੂ ਕਰ ਦਿੱਤਾ ਤੇ ਆਤਮ ਹੱਤਿਆ ਵਾਲੇ ਵਿਚਾਰ ਉਸਦੇ ਵੱਲ ਵਧਣੇ ਸ਼ੁਰੂ ਹੋ ਗਏ। ਉਹ ਸਾਰਾ ਦਿਨ ਦਾਰੂ ਪੀਂਦਾ ਅਤੇ ਫਿਰ ਰਾਤ ਨੂੰ ਜਾਣ-ਬੁੱਝ ਕੇ ਲੰਘਣ ਦੀ ਉਮੀਦ ਵਿੱਚ ਰੁੱਝੇ ਹੋਏ ਸੜਕ ਤੇ ਸੋ ਜਾਂਦਾ ਤਾਂ ਕਿ ਉਸਨੂੰ ਕੋਈ ਮਾਰ ਦੇਵੇ। ਸ਼ੁਕਰ ਹੈ ਪੁਲਿਸ ਦਾ ਉਸਦੇ ਦੋਸਤਾਂ ਨਾਲ ਜੋ ਹਮੇਸ਼ਾ ਹੁੰਦੇ ਹਨ, ਉਹਨਾਂ ਨੇ ਉਸਨੂੰ ਸੁਰੱਖਿਅਤ ਘਰ ਵਾਪਸ ਪਹੁੰਚਾ ਦਿੱਤਾ। ਜਦੋਂ ਅਖੀਰਕਾਰ ਜਾਗ ਪੈਂਦਾ ਸੀ ਤਾਂ ਉਹ ਆਪਣੀ ਸ਼ਰਾਬੀ ਬੇਵਕੂਫੀ ਹਰਕਤਾਂ ਤੋਂ ਬਾਹਰ ਨਿਕਲਦਾ ਸੀ ਔਰ ਉਸਨੂੰ ਯਾਦ ਹੀ ਨਹੀਂ ਸੀ ਕਿ ਉਹ ਘਰ ਕਿਵੇਂ ਆਇਆ। ਇਹ ਇਹਨਾਂ ਪਲਾਂ ਵਿੱਚੋਂ ਇੱਕ ਸੀ ਜਦੋਂ ਰੱਬ ਨੇ ਫਰੈਡੀ ਦਾ ਧਿਆਨ ਆਪਣੇ ਵੱਲ ਲਾਇਆ। ਇੱਕ ਰਾਤ ਉਸਨੇ ਇੱਕ ਆਵਾਜ਼ ਸੁਣੀ, ਮੈਂ ਕੌਣ ਹਾਂ? ਅਤੇ ਉਸਨੇ ਜਵਾਬ ਦਿੱਤਾ, ਮੈਨੂੰ ਨਹੀਂ ਪਤਾ। ਪਰਮੇਸ਼ਵਰ ਨੇ ਕਿਹਾ, ਚੰਗੀ ਤਰ੍ਹਾਂ ਸੋਚੋ, ਪਿਆਰ ਇੱਕ ਬੇਅੰਤ ਮਾਫੀ ਹੈ। ਦਿਲਚਸਪ ਗੱਲ ਇਹ ਹੈ ਕਿ ਫਰੈਡੀ ਨੇ ਸਿੱਖਿਆ ਕਿ ਉਸਦੀ ਭੈਣ ਦੀ ਆਖਿਰ ਫੇਸਬੁੱਕ ਟਿੱਪਣੀ ਬਾਰੇ ਜਿਸਨੇ ਉਹ ਬਿਲਕੁਲ ਸਹੀ ਗੱਲ ਕਹੀ। ਪਵਿੱਤਰ ਆਤਮਾ ਨੇ ਉਸਨੂੰ ਆਪਣੀ ਬਾਈਬਲ ਖੋਲ੍ਹਣ ਦੀ ਅਪੀਲ ਕੀਤੀ ਤੇ ਫਰੈਡੀ ਹੈਰਾਨ ਸਨ ਕਿ ਜੇ ਯੀਸ਼ੂ ਆਪਣਾ ਖਾਲੀ ਦਿਲ ਭਰ ਸਕਦਾ ਹੈ। ਫਰੈਡੀ ਨੇ ਉਸ ਨਾਲ ਸੰਘਰਸ਼ ਕੀਤਾ ਤੇ ਉਸਨੇ ਯਕੀਨ ਨਾਲ ਜਾਣਿਆ ਕਿ ਉਹ ਆਪਣੀ ਭੈਣ ਦੇ ਕਹਿਣ ਤੇ ਭਰੋਸਾ ਕਰ ਸਕਦਾ ਹੈ ਕਿ ਉਹ ਕਿਵੇਂ ਜਾਣ ਸਕਦੀ ਹੈ ਕਿ ਬਾਈਬਲ ਕੀ ਕਹਿੰਦੀ ਹੈ ਤੇ ਉਹ ਕੀ ਸਹੀ ਹੈ। ਸਿਰਫ ਇੱਕ ਪਰੀ ਕਹਾਣੀ ਨਹੀਂ ਜਿਸ ਨੂੰ ਕਿਸੇ ਨੇ ਬਣਾਇਆ ਹੈ। ਆਪਣੀ ਪੜ੍ਹਾਈ ਦੌਰਾਨ ਉਹ ਮੋਹਿਤ ਹੋ ਗਿਆ ਦਾਨੀਏਲ ਅਤੇ ਪ੍ਰਕਾਸ਼ ਦੀ ਪੋਥੀ ਦੇ ਵਿੱਚ। ਉਹ ਇਤਿਹਾਸ ਨਾਲ ਸਹਿਮਤ ਹੋਣ ਬਾਰੇ ਜਾਣੂ ਹੋ ਗਿਆ ਤੇ ਰਾਜ ਦਾ ਉਭਾਰ ਅਤੇ ਪਤਨ ਜਿਵੇਂ ਦਾਨੀਏਲ 2 ਭਵਿੱਖਬਾਣੀ ਕੀਤੀ ਸੀ ਅਤੇ ਸਹੀ ਸਮੇਂ ਤੇ ਅਨੁਮਾਨਿਤ ਕ੍ਰਮ ਵਿੱਚ। ਫਰੈਡੀ ਨੂੰ ਪੂਰਾ ਯਕੀਨ ਸੀ ਕਿ ਉਹ ਬਾਈਬਲ ਦੀ ਸਿੱਖਿਆਵਾਂ ਉੱਤੇ ਵਿਸ਼ਵਾਸ ਕਰ ਸਕਦਾ ਹੈ। ਉਹ ਹੁਣ ਦੂਸਰਿਆਂ ਨੂੰ ਬਾਈਬਲ ਸਿਖਾਉਣ ਲਈ ਸਮਰਪਿਤ ਹੈ। ਦਾਨੀਏਲ ਦੇ ਨਾਲ ਉਸਨੇ ਸ਼ੁਰੂ ਕੀਤਾ ਕਿਉਂਕਿ ਇਹ ਬਾਈਬਲ ਸਾਬਤ ਕਰਦੀ ਹੈ ਇਤਿਹਾਸ ਦੇ ਨਾਲ ਸਹੀ ਹੈ, ਪ੍ਰਮਾਣਿਕ ਤੇ ਭਰੋਸੇਯੋਗ ਭਵਿੱਖਬਾਣੀ ਹੈ। ਕਿਉਂਕਿ ਇਤਿਹਾਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਅੱਜ ਰਾਤ ਇੱਕ ਟੁੱਟੇ ਹੋਏ ਸੰਸਾਰ ਵਿੱਚ ਜੀ ਰਹੇ ਹਾਂ ਅਤੇ ਸਾਨੂੰ ਇਸ ਦਾ ਕੋਈ ਜਵਾਬ ਨਹੀਂ ਦੇ ਸਕਦਾ ਦੋਸਤੋ, ਪਰ ਬਾਈਬਲ ਕਹਿੰਦੀ ਹੈ ਔਰ ਅਸੀਂ ਵੇਖਿਆ ਹੈ ਕਿ ਅਸੀਂ ਉਂਗਲਾਂ ਦੇ ਸਮਾਨ ਜੀ ਰਹੇ ਹਾਂ। ਮਹਾਨ ਚਿੱਤਰ ਜਿਸ ਦਾ ਅਸੀਂ ਹੁਣੇ ਅਧਿਐਨ ਕੀਤਾ ਹੈ, ਅਸੀਂ ਜਾਣਦੇ ਹਾਂ ਕਿ ਇਹ ਜਦੋਂ ਤੱਕ ਸੰਬੰਧਿਤ ਨਹੀਂ ਹੋਵੇਗਾ ਉਦੋਂ ਤੱਕ ਚਟਾਨ ਬਿਨਾਂ ਹੱਥਾਂ ਦੇ ਘੁੱਟ ਨਾ ਲਵੇ ਤੇ ਆਵੇਗਾ ਤੇ ਉਸ ਮੂਰਤ ਨੂੰ ਮਾਰ ਦੇਵੇਗਾ। ਸਦਾ ਲਈ ਧਰਤੀ ਦੀਆਂ ਸਾਰੀਆਂ ਸ਼ਕਤੀਆਂ ਦਾ ਨਾਸ਼ ਹੋਵੇਗਾ। ਯੀਸ਼ੂ ਆਪਣਾ ਰਾਜ ਸਥਾਪਿਤ ਕਰਨ ਆਵੇਗਾ। ਮੈਂ ਸੱਚਮੁੱਚ ਉੱਥੇ ਜਾਣਾ ਚਾਹੁੰਦੀ ਹਾਂ। ਕਿਆ ਤੁਸੀਂ ਜਾਣਾ ਚਾਹੁੰਦੇ ਹੋ? ਉਦੋਂ ਤੱਕ ਜਦੋਂ ਸੰਸਾਰ ਵਿੱਚ ਹਰ ਇੱਕ ਚੀਜ਼ ਉਲਟ ਹੈ। ਪ੍ਰਭੂ ਤੁਹਾਡਾ ਧੰਨਵਾਦ ਹੈ ਕਿ ਇਸ ਟੁੱਟੇ ਹੋਏ ਸੰਸਾਰ ਵਿੱਚ ਤੁਹਾਡੇ ਦੁਆਰਾ ਚੀਰਿਆ ਹੋਇਆ ਹੈ। ਇਸ ਧਰਤੀ ਉੱਤੇ ਕੋਈ ਵੀ ਚੀਜ਼ ਹੈਰਾਨੀ ਨਾਲ ਯੀਸ਼ੂ ਨਹੀਂ ਲੈ ਸਕਦੀ। ਉਸਨੇ ਸਭ ਕੁਝ ਢੱਕਿਆ ਹੋਇਆ ਹੈ ਅਤੇ ਉਹ ਸਾਨੂੰ ਕਹਿੰਦਾ ਹੈ ਕਿ ਡਰਨਾ ਨਹੀਂ, ਸਾਨੂੰ ਸਿਰਫ ਉਸ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ। ਕੀ ਤੁਸੀਂ ਅੱਜ ਰਾਤ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਕਿ ਰੱਬ ਇੱਕ ਹੈ? ਸਵਰਗ ਵਿੱਚ ਜੋ ਸਾਡਾ ਰਾਜਾ ਅਤੇ ਮੁਕਤੀਦਾਤਾ ਹੈ, ਇੱਕ ਰੱਬ ਜਿਹੜਾ ਸਾਨੂੰ ਇੰਨਾ ਪਿਆਰ ਕਰਦਾ ਹੈ, ਇੰਨਾ ਕਿ ਉਸਨੇ ਦਾਨੀਏਲ 2 ਵਿੱਚ ਇੱਕ ਛਿਪਕ ਜਾ ਦਿੱਤੀ। ਧਰਤੀ ਦਾ ਇਤਿਹਾਸ ਕਿਵੇਂ ਖੇਡੇਗਾ? ਇੱਕ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਸਨੇ ਭਵਿੱਖਬਾਣੀ ਕੀਤੀ ਸੀ।
ਰੱਬ ਕਦੇ ਵੀ ਸਾਨੂੰ ਅੰਨਾ ਨਹੀਂ ਬਣਾਉਂਦਾ ਤੇ ਨਾ ਹੀ ਸਾਨੂੰ ਏਦਾਂ ਸੁੱਟ ਦਿੰਦਾ ਹੈ। ਉਹ ਸਾਫ਼ ਹੈ ਤੇ ਉਹ ਕਦੇ ਵੀ ਬਦਲਦਾ ਨਹੀਂ ਹੈ। ਉਹ ਪਵਿੱਤਰ ਪਰਮੇਸ਼ਵਰ ਹੈ। ਅਸੀਂ ਹਰ ਸ਼ਬਦ ਤੇ ਭਰੋਸਾ ਕਰ ਸਕਦੇ ਹਾਂ, ਉਸਦੇ ਹਰ ਵਚਨ ਤੇ। ਯਿਸੂ ਅੱਜ ਰਾਤ ਤੁਹਾਡੇ ਤੱਕ ਪਹੁੰਚਦਾ ਹੈ ਤੇ ਤੁਹਾਨੂੰ ਸੱਦਾ ਦਿੰਦਾ ਹੈ ਕਿ ਤੁਸੀਂ ਆਪਣੇ ਦਿਲ ਵਿੱਚ ਪੁੱਛੋ, ਅੱਜ ਦੀ ਚੋਣ ਕਰੋ ਗੰਭੀਰਤਾ ਨਾਲ, ਖੋਜ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰੋ ਅਤੇ ਰੱਬ ਅਤੇ ਉਸਦੇ ਰਾਜ ਬਾਰੇ ਸਭ ਕੁਝ ਹੈ। ਦੋਸਤ, ਕੀ ਤੁਸੀਂ ਅੱਜ ਆਪਣੇ ਦਿਲ ਨੂੰ ਰੱਬ ਨੂੰ ਦਿੰਦੇ ਹੋ? ਆਪਣੇ ਦਿਮਾਗ ਦਾ ਦਾਅਵਾ ਤੁਸੀਂ ਰੱਬ ਨੂੰ ਦੇਣ ਦਾ ਕਰਦੇ ਹੋ ਉਸ ਦੇ ਪ੍ਰਦੇਸ਼ ਦੇ ਤੌਰ ਤੇ ਅੱਜ ਰਾਤ? ਜੇ ਤੁਹਾਡਾ ਜਵਾਬ ਹਾਂ ਹੈ ਤਾਂ ਹੇਠ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਸਾਡੀ ਟੀਮ ਤੁਹਾਡੇ ਲਈ ਪ੍ਰਾਰਥਨਾ ਕਰੇਗੀ। ਤੇ ਅੱਜ ਰਾਤ ਇਸ ਨੂੰ ਬੰਦ ਕਰਨ ਤੋਂ ਪਹਿਲਾਂ ਆਓ ਆਪਾਂ ਮਿਲ ਕੇ ਪ੍ਰਾਰਥਨਾ ਕਰੀਏ। ਸਵਰਗੀ ਪਿਤਾ, ਤੁਸੀਂ ਇੱਕ ਸ਼ਕਤੀਸ਼ਾਲੀ ਰੱਬ ਹੋ। ਇਸ ਵਿੱਚ ਰਾਜ ਸਥਾਪਿਤ ਕਰਨਾ ਤੇ ਰਾਜ ਨੂੰ ਹਟਾਉਣ ਦੀ ਸ਼ਕਤੀ ਰੱਖਦੇ ਹੋ। ਅੱਜ ਰਾਤ ਅਸੀਂ ਤੁਹਾਨੂੰ ਪਹਿਲਾਂ ਤੋਂ ਜਾਣੂ ਕਰਵਾਉਣ ਲਈ ਧੰਨਵਾਦ ਕਰਦੇ ਹਾਂ ਤੇ ਤੁਸੀਂ ਸਾਡੀ ਰੱਖਿਆ ਕਿਵੇਂ ਕਰਦੇ ਹੋ ਔਰ ਕਿਵੇਂ ਪ੍ਰਦਾਨ ਕਰਦੇ ਹੋ, ਇਸ ਲਈ ਆਪਾਂ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਤੁਹਾਨੂੰ ਯਿਸੂ ਦੇ ਅਨਮੋਲ ਸ਼ਕਤੀਸ਼ਾਲੀ ਨਾਮ ਵਿੱਚ ਭਰੋਸਾ ਰੱਖਦੇ ਹਾਂ। ਦੋਸਤੋ, ਮੈਂ ਤੁਹਾਨੂੰ ਇੱਥੇ ਵਾਪਸ ਮਿਲਣਾ ਪਸੰਦ ਕਰਾਂਗੀ ਕੱਲ ਰਾਤ, ਜਿਵੇਂ ਕਿ ਅਸੀਂ ਇੱਕ ਵਿਸ਼ੇਸ਼ ਅਧਿਐਨ ਕਰਨ ਜਾ ਰਹੇ ਹਾਂ। ਕੀ ਹੋਣ ਦੇ ਸੰਕੇਤ ਹਨ ਯਿਸੂ ਦੇ ਆਉਣ ਤੋਂ ਪਹਿਲਾਂ? ਕੀ ਬਾਈਬਲ ਵਿੱਚ ਕੋਵਿਡ-19 ਹੈ? ਕਿਆ ਸਾਡੇ ਅਗਲੇ ਵਿਸ਼ੇ ਸੰਕੇਤਾਂ ਨੂੰ ਯਾਦ ਨਾ ਕਰੋ? ਰੱਬ ਸਾਨੂੰ ਬਹੁਤ ਪਿਆਰ ਕਰਦਾ ਹੈ। ਉਹ ਸਾਨੂੰ ਪਹਿਲਾਂ ਤੋਂ ਹੀ ਚੇਤਾਵਨੀ ਦਿੰਦਾ ਹੈ, ਸਾਨੂੰ ਡਰਾਉਣ ਲਈ ਨਹੀਂ ਪਰ ਸਾਨੂੰ ਸੂਚਿਤ ਔਰ ਆਗਰੇ ਕਰਨ ਦੇ ਲਈ। ਰੱਬ ਦਾ ਰਾਹ ਚੁਣੋ। ਗੁੱਡ ਨਾਈਟ ਦੋਸਤੋ। ਪਰਮੇਸ਼ਵਰ ਤੁਹਾਨੂੰ ਸਭਾ ਨੂੰ ਆਸ਼ੀਸ਼ ਦੇਵੇ।